ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਜਦੋਂ ਨੂੰਹ ਦੀ ਮਾਂ ਨੇ ਉਸ ਦੇ ਸਹੁਰੇ ਘਰ ਦਖਲ ਦੇਣਾ ਚਾਹਿਆ ਤਾਂ ਸੱਸ ਨੇ ਅਜਿਹਾ ਕੁਝ ਕੀਤਾ ਕਿ ਮਾਵਾਂ ਧੀਆਂ ਦੇ ਹੋਸ਼ ਟਿਕਾਣੇ ਆ ਗਏ। ਰਾਘਵ ਜੀ ਜੋ ਕਿ ਇੱਕ ਡਾਕਟਰ ਸੀ, ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਮੀਨਾ ਜੀ, ਬੇਟਾ ਰਾਹੁਲ, ਬੇਟੀ ਰੀਨਾ ਤੇ ਉਹਨਾਂ ਦੀ ਨੂੰਹ ਰੂਹੀ ਸੀ। ਬੇਟੇ ਦੇ ਵਿਆਹ ਨੂੰ 2 ਸਾਲ ਹੋ ਗਏ ਸੀ। ਬੇਟਾ ਰਾਹੁਲ ਵੀ ਇੱਕ ਡਾਕਟਰ ਸੀ। ਦੋਨੋਂ ਪਿਓ ਪੁੱਤ ਆਪਣਾ ਹੌਸਪੀਟਲ ਚਲਾਉਂਦੇ ਸੀ। ਉਹ ਜ਼ਿਆਦਾ ਸਮਾਂ ਘਰ ਤੋਂ ਬਾਹਰ ਰਹਿੰਦੇ ਸੀ। ਉਹਨਾਂ ਨੂੰ ਨਹੀਂ ਪਤਾ ਸੀ ਕਿ ਘਰ ਦੇ ਪਿੱਛੇ ਕੀ ਹੁੰਦਾ। ਰਾਘਵ ਜੀ ਦੀ ਪਤਨੀ ਮੀਨਾ ਪੁਰਾਣੀ ਸੋਚ ਵਾਲੀ ਔਰਤ ਸੀ, ਜਿਸ ਦਾ ਮੰਨਣਾ ਸੀ ਕਿ ਨੂੰਹ ਕਦੇ ਵੀ ਬੇਟੀ ਨਹੀਂ ਬਣ ਸਕਦੀ ਤੇ ਉਸ ਦਾ ਫਰਜ਼ ਹੈ ਕਿ ਸਹੁਰੇ ਘਰ ਸਭ ਦੀ ਸੇਵਾ ਕਰੇ, ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਦੇਵੇ। ਉਹ ਤੇ ਉਹਨਾਂ ਦੀ ਬੇਟੀ ਜਦੋਂ ਤੱਕ ਡਾਕਟਰ ਸਾਹਿਬ ਘਰ ਵਿੱਚ ਰਹਿੰਦੇ ਉਦੋਂ ਤੱਕ ਨੂੰਹ ਦੇ ਨਾਲ ਮਿਲ ਜੁਲ ਕੇ ਕੰਮ ਕਰਦੀਆਂ। ਫਿਰ ਜਦੋਂ ਡਾਕਟਰ ਸਾਹਿਬ ਘਰ ਤੋਂ ਚਲੇ ਜਾਂਦੇ ਤਾਂ ਉਹ ਮਾਵਾਂ ਧੀਆਂ ਅਸਲੀ ਰੰਗ ਵਿੱਚ ਆ ਜਾਂਦੀਆਂ। ਫਿਰ ਵਿਚਾਰੀ ਨੂੰਹ ਰੋਹੀ ਤੇ ਹੁਕਮ ਚਲਾਉਣ ਲੱਗ ਜਾਂਦੀਆਂ। ਇਹ ਸਭ ਕੁਝ ਉਦੋਂ ਤੱਕ ਚੱਲਦਾ ਰਹਿੰਦਾ ਜਦੋਂ ਤੱਕ ਉਹ ਪਿਓ ਪੁੱਤ ਘਰ ਵਾਪਸ ਨਹੀਂ ਆ ਜਾਂਦੇ। ਡਾਕਟਰ ਸਾਹਿਬ ਨੂੰ ਲੱਗਦਾ ਸੀ ਕਿ ਮੇਰੇ ਘਰ ਵਿੱਚ ਸਭ ਕੁਝ ਠੀਕ ਆ, ਸਾਰੇ ਮਿਲ ਜੁਲ ਕੇ ਰਹਿੰਦੇ ਆ, ਪਰ ਰਾਹੁਲ ਨੂੰ ਰੂਹੀ ਹਰ ਸਮੇਂ ਉਦਾਸ ਅਤੇ ਦੁਖੀ, ਥੱਕੀ ਹੋਈ ਲੱਗਦੀ। ਜਦੋਂ ਉਸ ਨੂੰ ਪੁੱਛਦਾ ਤਾਂ ਉਹ ਕਹਿ ਦਿੰਦੀ, ਕੁਝ ਨਹੀਂ, ਮੈਂ ਠੀਕ ਹਾਂ। ਜਦ ਕਿ ਸੱਚ ਤਾਂ ਇਹ ਸੀ ਕਿ ਉਸ ਨੂੰ ਆਰਾਮ ਕਰਨ ਦੀ ਵੀ ਫੁਰਸਤ ਨਹੀਂ ਸੀ। ਜੇ ਘਰ ਦਾ ਕੋਈ ਕੰਮ ਨਹੀਂ ਹੁੰਦਾ ਸੀ ਤਾਂ ਉਸ ਨੂੰ ਫਾਲਤੂ ਦੇ ਕੰਮ ਦੇ ਦਿੱਤੇ ਜਾਂਦੇ ਸੀ। ਖੈਰ, ਹੌਲੀ ਹੌਲੀ ਸਮਾਂ ਲੰਘਦਾ ਗਿਆ। ਡਾਕਟਰ ਸਾਹਿਬ ਨੇ ਆਪਣੀ ਬੇਟੀ ਰੀਨਾ ਦੇ ਲਈ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ। ਮੀਨਾ ਜੀ ਨੇ ਕਈ ਰਿਸ਼ਤੇ ਇਸ ਲਈ ਠੁਕਰਾ ਦਿੱਤੇ ਕਿਉਂਕਿ ਪਰਿਵਾਰ ਬਹੁਤ ਵੱਡਾ ਸੀ। ਆਖਰ ਇੱਕ ਪਰਿਵਾਰ ਮੀਨਾ ਜੀ ਨੂੰ ਪਸੰਦ ਆਇਆ, ਜਿਸ ਵਿੱਚ ਇੱਕ ਮੁੰਡਾ ਰਾਜੀਵ ਅਤੇ ਉਸ ਦੀ ਭੈਣ ਪ੍ਰਿਆ ਸੀ, ਜਿਸ ਦਾ ਵਿਆਹ ਹੋ ਗਿਆ ਸੀ। ਰਾਜੀਵ ਦੇ ਮਾਤਾ ਪਿਤਾ ਹੀ ਸਨ। ਰਾਜੀਵ ਸਰਕਾਰੀ ਜੌਬ ਕਰਦਾ ਸੀ। ਉਸ ਦਾ ਟਰਾਂਸਫਰ ਹੁੰਦਾ ਰਹਿੰਦਾ। ਮੀਨਾ ਜੀ ਨੇ ਸੋਚਿਆ ਕਿ ਉਸ ਦੀ ਬੇਟੀ ਇਕੱਲੀ ਹੀ ਰਹੇਗੀ ਅਤੇ ਰਾਜ ਕਰੇਗੀ, ਜ਼ਿਆਦਾ ਕੰਮ ਵੀ ਨਹੀਂ ਕਰਨਾ ਪਵੇਗਾ। ਇਹ ਸੋਚ ਕੇ ਮੀਨਾ ਜੀ ਨੇ ਰੀਨਾ ਦਾ ਵਿਆਹ ਲਈ ਹਾਂ ਕਰ ਦਿੱਤੀ। ਠੀਕ ਸਮੇਂ 'ਤੇ ਰਾਹੁਲ ਦੀ ਫੈਮਿਲੀ ਵਾਲੇ ਵੀ ਰੀਨਾ ਨੂੰ ਦੇਖਣ ਆ ਗਏ। ਮੀਨਾ ਜੀ ਤਾਂ ਉਹਨਾਂ ਦੇ ਸਾਹਮਣੇ ਆਪਣੀ ਬੇਟੀ ਰੀਨਾ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਰਹੀ ਸੀ ਕਿ ਦੇਖੋ, ਮੇਰੀ ਬੇਟੀ ਨੇ ਇਹ ਕਢਾਈ ਕੀਤੀ ਆ, ਇਸ ਘਰ ਨੂੰ ਸਜਾਇਆ, ਇਹ ਸਭ ਕੁਝ ਰੀਨਾ ਨੇ ਕੀਤਾ ਤੇ ਇਹ ਮਠਿਆਈ ਵੀ ਰੀਨਾ ਨੇ ਤਿਆਰ ਕੀਤੀ ਆ। ਇਹ ਸਭ ਸੁਣ ਕੇ ਰਾਜੀਵ ਜੀ ਦੀ ਮਾਂ ਬਿਮਲਾ ਜੀ ਨੂੰ ਲੱਗਿਆ ਕਿ ਕੁੜੀ ਵਾਕਈ ਬਹੁਤ ਹੁਸ਼ਿਆਰ ਆ, ਪਰ ਸੱਚ ਤਾਂ ਇਹ ਸੀ ਕਿ ਇਹ ਸਭ ਕੁਝ ਰੂਹੀ ਨੇ ਕੀਤਾ ਸੀ। ਖੈਰ, ਰਾਜੀਵ ਦੀ ਫੈਮਿਲੀ ਨੇ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ। ਰੀਨਾ ਨੂੰ ਅੰਗੂਠੀ ਪਾ ਕੇ ਸ਼ਗਨ ਦੀ ਰਸਮ ਕਰਕੇ ਉਹ ਲੋਕ ਚਲੇ ਗਏ ਤੇ ਕਿਹਾ ਕਿ ਅਸੀਂ ਪੰਡਤ ਨੂੰ ਪੁੱਛ ਕੇ ਵਿਆਹ ਦੀ ਤਰੀਕ ਦੱਸ ਦੇਵਾਂਗੇ ਤੇ ਵਿਆਹ ਦੀ ਤਰੀਕ ਵੀ 2 ਮਹੀਨਿਆਂ ਬਾਅਦ ਹੀ ਨਿਕਲ ਆਈ। ਹੁਣ ਰੀਨਾ ਨੂੰ ਥੋੜ੍ਹੀ ਚਿੰਤਾ ਹੋਣ ਲੱਗੀ ਕਿ ਵਿਆਹ ਤੋਂ ਬਾਅਦ ਕੀ ਹੋਵੇਗਾ, ਕਿਉਂਕਿ ਉਸ ਨੂੰ ਤਾਂ ਕੁਝ ਵੀ ਨਹੀਂ ਆਉਂਦਾ ਸੀ ਸਿਵਾਏ ਚਾਹ ਬਣਾਉਣ ਦੇ। ਉਹ ਰੂਹੀ ਨੂੰ ਬੋਲੀ, ਭਾਬੀ ਤੁਸੀਂ ਮੈਨੂੰ ਕਿਚਨ 'ਚ ਕੰਮ ਸਿਖਾ ਦਿਓ। ਮੀਨਾ ਜੀ ਆਈ ਤੇ ਕਹਿਣ ਲੱਗੀ, ਬੇਟਾ ਤੂੰ ਪਰੇਸ਼ਾਨ ਕਿਉਂ ਹੁੰਨੀ ਆ? ਤੂੰ ਘਰ ਦੇ ਕੰਮ ਕਰਨ ਦੇ ਲਈ ਨਹੀਂ, ਰਾਜ ਕਰਨ ਦੇ ਲਈ ਬਣੀ ਆ। ਇਹ ਸਭ ਕੰਮ ਤੈਨੂੰ ਸਿੱਖਣ ਦੀ ਕੋਈ ਜ਼ਰੂਰਤ ਨਹੀਂ। ਰੀਨਾ ਬੋਲੀ, ਜੇ ਮੇਰੀ ਸੱਸ ਨੇ ਮੈਨੂੰ ਕੰਮ ਕਰਨ ਲਈ ਕਿਹਾ ਤਾਂ ਮੈਂ ਕੀ ਕਰਾਂਗੀ? ਮੀਨਾ ਬੋਲੀ, ਤੈਨੂੰ ਖੀਰ ਤੇ ਹਲਵਾ ਤਾਂ ਬਣਾਉਣਾ ਆਉਂਦਾ ਹੀ ਆ ਨਾ? ਰੀਨਾ ਬੋਲੀ, ਹਾਂ ਮਾਂ, ਮੈਨੂੰ ਖੀਰ ਤੇ ਹਲਵਾ ਤਾਂ ਬਣਾਉਣਾ ਆਉਂਦਾ। ਮੀਨਾ ਕਹਿਣ ਲੱਗੀ, ਬਸ ਠੀਕ ਆ, ਪਹਿਲੀ ਰਸੋਈ 'ਚ ਤੂੰ ਇਹੀ ਚੀਜ਼ਾਂ ਬਣਾ ਦੇਵੀਂ, ਫਿਰ ਤਾਂ ਤੂੰ ਰਾਹੁਲ ਦੇ ਨਾਲ ਦੂਜੇ ਸ਼ਹਿਰ ਵਿੱਚ ਰਹੇਗੀ, ਉੱਥੇ ਤੂੰ ਆਪਣੀ ਮਰਜ਼ੀ ਕਰਨੀ ਆ, ਆਪਣੇ ਪਤੀ ਨੂੰ ਆਪਣੇ ਕਾਬੂ 'ਚ ਰੱਖਣਾ। ਹਰ ਸਮੇਂ ਮੀਨਾ ਜੀ ਆਪਣੀ ਬੇਟੀ ਨੂੰ ਆਪਣੇ ਪਤੀ ਨੂੰ ਬੱਸ ਵਿੱਚ ਰੱਖਣ ਤੇ ਉਸ ਤੋਂ ਆਪਣੀ ਜਿੱਦ ਮਨਵਾਉਣ ਦੇ ਲਈ ਤੌਰ ਤਰੀਕੇ ਸਿਖਾਉਂਦੀ ਰਹਿੰਦੀ। ਰੂਹੀ ਇਹ ਸਭ ਕੁਝ ਸੁਣਦੀ ਤਾਂ ਉਸ ਨੂੰ ਬਹੁਤ ਹੀ ਦੁੱਖ ਹੁੰਦਾ ਕਿ ਇਹ ਤਾਂ ਰੀਨਾ ਦਾ ਘਰ ਵਸਣ ਤੋਂ ਪਹਿਲਾਂ ਹੀ ਤੁੜਵਾ ਰਹੀ ਆ, ਪਰ ਰੂਹੀ ਕਰ ਵੀ ਕੀ ਸਕਦੀ ਸੀ, ਇਸ ਲਈ ਉਹ ਚੁੱਪ ਰਹੀ। ਜਲਦੀ ਹੀ ਰੀਨਾ ਦੇ ਵਿਆਹ ਦਾ ਦਿਨ ਆ ਗਿਆ। ਰੀਨਾ ਦੁਲਹਨ ਬਣ ਕੇ ਸਹੁਰੇ ਘਰ ਚਲੀ ਗਈ। ਉੱਥੇ ਉਸ ਦਾ ਬਹੁਤ ਵਧੀਆ ਸਵਾਗਤ ਕੀਤਾ ਗਿਆ। ਸਭ ਨੇ ਆਪਣੀਆਂ ਪਲਕਾਂ 'ਤੇ ਬਿਠਾ ਕੇ ਰੱਖਿਆ। ਇਹ ਦੇਖ ਕੇ ਰੀਨਾ ਨੂੰ ਲੱਗਣ ਲੱਗ ਗਿਆ ਕਿ ਮੰਮੀ ਸਹੀ ਕਹਿੰਦੀ ਸੀ। ਸਾਰੀਆਂ ਰਸਮਾਂ ਤੋਂ ਬਾਅਦ ਰੀਨਾ ਨੂੰ ਉਸ ਦੀ ਨਨਾਣ ਉਸ ਦੇ ਕਮਰੇ ਵਿੱਚ ਛੱਡਣ ਦੇ ਲਈ ਚਲੀ ਗਈ ਤਾਂ ਉਸਨੇ ਦੇਖਿਆ
ਕਿ ਕਮਰਾ ਸਜਾਇਆ ਹੋਇਆ ਸੀ। ਉਹ ਕਮਰੇ ਦੀ ਸਜਾਵਟ ਨੂੰ ਦੇਖ ਰਹੀ ਸੀ। ਕਮਰੇ ਵਿੱਚ ਰਾਜੀਵ ਆ ਗਿਆ ਤੇ ਦਰਵਾਜ਼ਾ ਬੰਦ ਕਰਨ ਲੱਗਾ। ਰੀਨਾ ਉਸ ਨੂੰ ਦੇਖ ਕੇ ਸ਼ਰਮਾ ਗਈ। ਰਾਜੀਵ ਉਸ ਦੇ ਨਜ਼ਦੀਕ ਆਇਆ ਤੇ ਬੋਲਿਆ, ਰੀਨਾ, ਮੈਂ ਆਪਣੀ ਫੈਮਿਲੀ ਨੂੰ ਬਹੁਤ ਪਿਆਰ ਕਰਦਾ, ਉਹਨਾਂ ਦਾ ਬਹੁਤ ਆਦਰ ਕਰਦਾ। ਇਸ ਲਈ ਮੈਂ ਚਾਹੁੰਦਾ ਕਿ ਤੂੰ ਵੀ ਮੇਰੀ ਫੈਮਿਲੀ ਨੂੰ ਆਪਣੇ ਦਿਲ ਤੋਂ ਇੱਜ਼ਤ ਕਰੇ ਤੇ ਉਹਨਾਂ ਨੂੰ ਆਪਣਾ ਸਮਝੇ। ਰੀਨਾ ਬੋਲੀ, ਹਾਂਜੀ, ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ। ਇਹ ਸੁਣ ਕੇ ਰਾਜੀਵ ਬਹੁਤ ਖੁਸ਼ ਹੋਇਆ। ਸੁਬਾਹ ਜਦੋਂ ਰੀਨਾ ਦੀ ਅੱਖ ਖੁੱਲ੍ਹੀ ਤਾਂ ਸੁਬਾਹ ਦੇ 5 ਵਜੇ ਸੀ। ਉਹ ਆਪਣੀ ਮੰਮੀ ਦੀ ਗੱਲ ਯਾਦ ਕਰਕੇ ਜਲਦੀ ਨਾਲ ਉੱਠੀ, ਨਹਾ ਧੋ ਕੇ ਤਿਆਰ ਹੋ ਕੇ ਹੇਠਾਂ ਆਪਣੀ ਸੱਸ ਦੇ ਕੋਲ ਗਈ ਤੇ ਉਹਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਬਿਮਲਾ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ, ਬੇਟਾ, ਅੱਜ ਤੇਰੀ ਪਹਿਲੀ ਰਸੋਈ ਆ, ਤੂੰ ਸਭ ਦੇ ਲਈ ਖਾਣਾ ਬਣਾਵੇਂਗੀ। ਰੀਨਾ ਹੈਰਾਨ ਰਹਿ ਗਈ, ਪਰ ਉਹ ਖੁਦ ਨੂੰ ਸੰਭਾਲ ਕੇ ਬੋਲੀ, ਮੰਮੀ ਜੀ, ਤੁਸੀਂ ਦੱਸ ਦਿਓ ਖਾਣੇ 'ਚ ਕੀ ਬਣਾਉਣਾ, ਮੈਂ ਤਿਆਰੀ ਕਰ ਲੈਂਦੀ ਹਾਂ। ਬਿਮਲਾ ਜੀ ਬੋਲੀ, ਛੋਲੇ ਤਾਂ ਰਾਤ ਨੂੰ ਮੈਂ ਭਿਉਂ ਕੇ ਰੱਖ ਦਿੱਤੇ ਸੀ। ਤੂੰ ਇਸ ਤਰ੍ਹਾਂ ਕਰ, ਛੋਲੇ ਪੂਰੀਆਂ, ਮਿਕਸ ਸਬਜ਼ੀ ਤੇ ਬੂੰਦੀ ਦਾ ਰਾਇਤਾ, ਸਲਾਦ ਅਤੇ ਖੀਰ ਬਣਾ ਲਵੀਂ। ਰੀਨਾ ਬੋਲੀ, ਠੀਕ ਆ ਮੰਮੀ ਜੀ। ਥੋੜ੍ਹੀ ਦੇਰ ਬਾਅਦ ਨਨਾਣ ਆਈ ਕਿ ਭਾਬੀ, ਮੰਮੀ ਨੇ ਕਿਹਾ ਕਿ ਮੈਂ ਤੁਹਾਡੀ ਮਦਦ ਕਰ ਦੇਵਾਂ ਤੇ ਤੁਹਾਨੂੰ ਦੱਸਾਂ ਕਿ ਕਿਹੜਾ ਸਮਾਨ ਕਿੱਥੇ ਆ। ਰੀਨਾ ਬੋਲੀ, ਤੁਸੀਂ ਬਸ ਮੈਨੂੰ ਸਮਾਨ ਦੱਸ ਦਿਓ, ਬਾਕੀ ਸਭ ਮੈਂ ਖੁਦ ਕਰ ਲਵਾਂਗੀ। ਨਨਾਣ ਸਭ ਕੁਝ ਦੱਸ ਕੇ ਬਾਹਰ ਚਲੀ ਗਈ। ਰੀਨਾ ਨੂੰ ਉਸ ਸਮੇਂ ਕੁਝ ਵੀ ਨਹੀਂ ਸੁੱਝ ਰਿਹਾ ਸੀ। ਉਸਨੇ ਜਲਦੀ ਨਾਲ ਆਪਣੀ ਮੰਮੀ ਨੂੰ ਫੋਨ ਕੀਤਾ ਤੇ ਬੋਲੀ, ਮੰਮੀ, ਤੁਸੀਂ ਤਾਂ ਕਿਹਾ ਸੀ ਖੀਰ ਜਾਂ ਹਲਵਾ ਬਣਾਉਣ ਦੇ ਲਈ ਕਿਹਾ ਜਾਵੇਗਾ, ਪਰ ਇੱਥੇ ਤਾਂ ਮੈਨੂੰ 15 ਲੋਕਾਂ ਦਾ ਖਾਣਾ ਬਣਾਉਣ ਲਈ ਕਿਹਾ ਗਿਆ। ਛੋਲੇ ਪੂਰੀਆਂ, ਮਿਕਸ ਸਬਜ਼ੀ, ਰਾਇਤਾ, ਸਲਾਦ, ਸਭ ਕੁਝ ਮੈਂ ਕਿਵੇਂ ਬਣਾਵਾਂ? ਮੈਨੂੰ ਤਾਂ ਸਿਰਫ ਖੀਰ ਤੇ ਹਲਵਾ ਹੀ ਬਣਾਉਣਾ ਆਉਂਦਾ, ਹੁਣ ਮੈਂ ਕੀ ਕਰਾਂ? ਮੀਨਾ ਜੀ ਬੋਲੀ, ਤੂੰ ਇਹ ਸਾਰੀਆਂ ਚੀਜ਼ਾਂ ਕਿਸੇ ਹੋਟਲ ਤੋਂ ਆਰਡਰ ਕਰ ਦੇ। ਰੀਨਾ ਬੋਲੀ, ਮੰਮੀ, ਤੁਸੀਂ ਵਧੀਆ ਆਈਡੀਆ ਦਿੱਤਾ, ਮੈਂ ਹੁਣੇ ਛੋਲੇ ਪੂਰੀਆਂ ਤੇ ਰਾਇਤਾ ਆਰਡਰ ਕਰ ਦਿੰਨੀ ਆ। ਡਿਲੀਵਰੀ ਵਾਲੇ ਨੂੰ ਕਹਿ ਦੇਵਾਂਗੀ ਕਿ ਉਹ ਪਿੱਛੇ ਵਾਲੇ ਦਰਵਾਜ਼ੇ 'ਚ ਆਵੇ। ਇਹ ਕਹਿ ਕੇ ਰੀਨਾ ਨੇ ਜਲਦੀ ਨਾਲ ਆਰਡਰ ਕਰਨ ਲੱਗ ਗਈ। ਉੱਧਰੋਂ ਜਵਾਬ ਆਇਆ ਕਿ ਆਰਡਰ ਅੱਧੇ ਘੰਟੇ 'ਚ ਪਹੁੰਚ ਜਾਵੇਗਾ। ਰੀਨਾ ਨੇ ਗੈਸ ਔਨ ਕਰਕੇ ਉਸ 'ਤੇ ਛੋਲੇ ਰੱਖ ਦਿੱਤੇ ਤੇ ਦੂਜੀ ਸਾਈਡ ਦੁੱਧ ਰੱਖ ਕੇ ਖੀਰ ਬਣਾਉਣ ਲੱਗ ਗਈ। ਜਦੋਂ ਕੁੱਕਰ ਦੀਆਂ 5 ਸੀਟੀਆਂ ਵੱਜ ਗਈਆਂ ਤਾਂ ਉਸਨੇ ਗੈਸ ਬੰਦ ਕਰਕੇ ਸਲਾਦ ਕੱਟਣਾ ਸ਼ੁਰੂ ਕਰ ਦਿੱਤਾ। ਫਿਰ ਖੀਰ ਵੀ ਬਣ ਗਈ। ਰੀਨਾ ਉਸ ਵਿੱਚ ਬਦਾਮ, ਕਾਜੂ, ਇਲਾਇਚੀ ਤੇ ਸੁੱਕਾ ਨਾਰੀਅਲ ਪਾ ਕੇ ਗੈਸ ਬੰਦ ਕਰ ਦਿੱਤਾ। ਫਿਰ ਉਸ ਦਾ ਫੋਨ ਆਇਆ। ਡਿਲੀਵਰੀ ਵਾਲੇ ਨੇ ਕਿਹਾ, ਮੈਡਮ, ਤੁਹਾਡਾ ਆਰਡਰ ਕਿੱਥੇ ਦੇਣਾ? ਮੈਂ ਘਰ ਦੇ ਪਿੱਛੇ ਖੜ੍ਹਾ। ਰੀਨਾ ਨੇ ਕਿਚਨ ਦੀ ਖਿੜਕੀ ਖੋਲ੍ਹ ਕੇ ਦੇਖਿਆ ਤਾਂ ਉਸ ਦਾ ਡਿਲੀਵਰੀ ਵਾਲਾ ਖੜ੍ਹਾ ਸੀ। ਉਸਨੇ ਫੋਨ ਕਰਕੇ ਕਿਹਾ, ਤੂੰ ਠੀਕ ਸਾਹਮਣੇ ਵਾਲੀ ਘਰ ਦੀ ਖਿੜਕੀ ਖੁੱਲ੍ਹੀ ਆ, ਉੱਥੇ ਆਰਡਰ ਪਹੁੰਚਾਉਣਾ। ਡਿਲੀਵਰੀ ਵਾਲੇ ਨੇ ਰੀਨਾ ਨੂੰ ਆਰਡਰ ਦਿੱਤਾ ਤੇ ਆਪਣੇ ਪੈਸੇ ਲੈ ਕੇ ਚਲਾ ਗਿਆ। ਇੱਧਰ ਰੀਨਾ ਨੇ ਜਲਦੀ ਨਾਲ ਪੈਕਟ ਖੋਲ੍ਹ ਕੇ ਸਾਰਾ ਖਾਣਾ ਬਰਤਨਾਂ 'ਚ ਪਲਟ ਦਿੱਤਾ ਤੇ ਸਭ ਕੁਝ ਬਣ ਕੇ ਤਿਆਰ ਹੋ ਗਿਆ ਤੇ ਸਾਰੇ ਪੈਕਟ ਇੱਕ ਪੋਲੀਥੀਨ 'ਚ ਪਾ ਕੇ ਕਿਚਨ ਵਿੱਚ ਹੀ ਲੁਕੋ ਦਿੱਤੇ। ਫਿਰ ਬਿਮਲਾ ਜੀ ਤੇ ਉਸ ਦੀ ਨਨਾਣ ਪ੍ਰਿਆ ਕਿਚਨ 'ਚ ਆਈਆਂ ਤਾਂ ਦੇਖਿਆ ਸਾਰਾ ਖਾਣਾ ਤਿਆਰ ਸੀ। ਬਿਮਲਾ ਜੀ ਨੇ ਪ੍ਰਿਆ ਨੂੰ ਕਿਹਾ, ਚੱਲ ਬੇਟੀ, ਸਾਰਾ ਖਾਣਾ ਟੇਬਲ 'ਤੇ ਲਗਾ ਦੇ ਤੇ ਸਭ ਨੂੰ ਖਾਣੇ ਦੇ ਲਈ ਬੁਲਾ ਲਿਆ। ਸਾਰੇ ਡਾਈਨਿੰਗ ਟੇਬਲ 'ਤੇ ਖਾਣਾ ਖਾਣ ਦੇ ਲਈ ਬੈਠ ਗਏ ਤੇ ਰੀਨਾ ਦੀਆਂ ਬਹੁਤ ਹੀ ਤਾਰੀਫਾਂ ਕਰ ਰਹੇ ਸੀ ਕਿ ਉਹਨਾਂ ਦੀ ਨੂੰਹ ਨੂੰ ਸ਼ਗਨ ਦਿੱਤਾ ਤੇ ਆਸ਼ੀਰਵਾਦ ਦਿੱਤਾ। ਰੀਨਾ ਆਪਣੀ ਚਲਾਕੀ 'ਤੇ ਬਹੁਤ ਹੀ ਖੁਸ਼ ਹੋ ਰਹੀ ਸੀ। ਆਪਣੇ ਕਮਰੇ 'ਚ ਜਾ ਕੇ ਮੀਨਾ ਜੀ ਨੂੰ ਫੋਨ ਕਰਕੇ ਸਾਰੀ ਘਟਨਾ ਦੱਸ ਰਹੀ ਸੀ। ਰੀਨਾ ਦੇ ਵਿਆਹ ਨੂੰ 1 ਮਹੀਨਾ ਹੋ ਗਿਆ। ਸਾਰੇ ਮਹਿਮਾਨ ਵੀ ਚਲੇ ਗਏ। ਰੀਨਾ ਸੁਬਾਹ ਉੱਠ ਕੇ ਸਭ ਦੇ ਲਈ ਚਾਹ ਬਣਾਉਂਦੀ, ਨਾਸ਼ਤਾ ਵੀ ਬਣਾ ਲੈਂਦੀ। ਫਿਰ ਉਸ ਤੋਂ ਬਾਅਦ ਕੋਈ ਅਜਿਹਾ ਕੰਮ ਲੈ ਕੇ ਬੈਠ ਜਾਂਦੀ ਕਿ ਬਿਮਲਾ ਜੀ ਨੂੰ ਦੁਪਹਿਰ ਅਤੇ ਰਾਤ ਦਾ ਖਾਣਾ ਬਣਾਉਣਾ ਪੈਂਦਾ ਸੀ। ਕਦੇ ਉਹ ਪੇਟ ਦਰਦ ਦਾ ਬਹਾਨਾ ਬਣਾਉਂਦੀ, ਕਦੇ ਬੁਖਾਰ ਦਾ ਬਹਾਨਾ ਬਣਾ ਕੇ ਆਪਣੇ ਕਮਰੇ 'ਚ ਪਈ ਰਹਿੰਦੀ। ਬਿਮਲਾ ਜੀ ਪਹਿਲਾਂ ਦੀ ਤਰ੍ਹਾਂ ਘਰ ਦਾ ਕੰਮ ਕਰਦੀ ਰਹਿੰਦੀ, ਪਰ ਉਹਨਾਂ ਨੇ ਰੀਨਾ ਨੂੰ ਕਦੇ ਕੋਈ ਸਖਤੀ ਨਹੀਂ ਦਿਖਾਈ ਸੀ। ਉਹ ਉਸ ਨੂੰ ਆਪਣੀ ਬੇਟੀ ਮੰਨਦੀ ਸੀ ਤੇ ਉਸ ਦੀ ਖੁਸ਼ੀ ਦਾ ਧਿਆਨ ਵੀ ਰੱਖਦੀ ਸੀ। ਹਾਲਾਂਕਿ ਉਸ ਨੂੰ ਹੌਲੀ-ਹੌਲੀ ਸਮਝ ਆ ਗਿਆ ਕਿ ਰੀਨਾ ਨੂੰ ਜਦੋਂ ਉਹ ਖਾਣਾ ਬਣਾਉਣ ਦੇ ਲਈ ਕਹਿੰਦੀ ਆ ਤਾਂ ਉਹ ਥੋੜ੍ਹਾ ਪਰੇਸ਼ਾਨ ਹੋ ਜਾਂਦੀ ਆ। ਬਾਕੀ ਕੰਮ ਵੀ ਜਿਵੇਂ ਕਿਵੇਂ ਕਰਕੇ ਖ਼ਤਮ ਕਰਕੇ ਆਪਣੇ ਕਮਰੇ 'ਚ ਚਲੀ ਜਾਂਦੀ ਆ, ਜਦ ਕਿ ਬਿਮਲਾ ਜੀ ਚਾਹੁੰਦੀ ਸੀ ਕਿ ਉਸ ਦੇ ਕੋਲ ਬੈਠੇ, ਉਸ ਨਾਲ ਗੱਲਾਂ ਕਰੇ, ਪਰ ਉਹ ਆਪਣੇ ਕਮਰੇ 'ਚ ਪਈ ਆਪਣੀ ਮਾਂ ਨਾਲ ਹੀ ਫੋਨ 'ਤੇ ਗੱਲਾਂ ਕਰਦੀ ਰਹਿੰਦੀ ਸੀ। ਬਿਮਲਾ ਜੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਹਰ ਸਮੇਂ ਫੋਨ 'ਤੇ ਇੰਨਾ ਟਾਈਮ ਗੱਲ ਕਿਵੇਂ ਕਰਦੀ ਆ। ਇੱਕ ਦਿਨ ਜਦੋਂ ਉਹ ਰੀਨਾ ਦੇ ਕਮਰੇ ਕੋਲੋਂ ਲੰਘ ਰਹੀ ਸੀ
ਸੁਣਿਆ ਕਿ ਰੀਨਾ ਆਪਣੀ ਮੰਮੀ ਨੂੰ ਕਹਿ ਰਹੀ ਸੀ ਕਿ ਮੰਮੀ, ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਕੀਤਾ। ਮੈਂ ਰਾਜੀਵ ਨੂੰ ਕਿਹਾ ਕਿ ਉਹ ਆਪਣਾ ਟਰਾਂਸਫਰ ਦੂਜੇ ਸ਼ਹਿਰ 'ਚ ਕਰਵਾ ਲੈਣ, ਪਰ ਉਹ ਨਹੀਂ ਮੰਨੇ। ਉਹ ਬੋਲੇ ਕਿ ਜੇ ਅਸੀਂ ਚਲੇ ਗਏ ਤਾਂ ਮੰਮੀ ਪਾਪਾ ਇਕੱਲੇ ਰਹਿ ਜਾਣਗੇ। ਉਸ ਦੇ ਬਾਅਦ ਮੈਂ ਵੀ ਆਪਣਾ ਬਿਹੇਵੀਅਰ ਮੰਮੀ ਜੀ ਲਈ ਰੁੱਖਾ ਕਰ ਲਿਆ। ਪਰ ਮੇਰੀ ਸੱਸ ਬਹੁਤ ਚੰਗੀ ਆ, ਉਹ ਮੇਰੀ ਕਿਸੇ ਵੀ ਗਲਤੀ ਜਾਂ ਗੱਲ ਦਾ ਬੁਰਾ ਨਹੀਂ ਮਨਾਉਂਦੀ। ਉਹ ਰਾਜੀਵ ਜਾਂ ਪਾਪਾ ਜੀ ਨੂੰ ਕੋਈ ਸ਼ਿਕਾਇਤ ਨਹੀਂ ਕਰਦੀ। ਜਿਵੇਂ ਭਾਬੀ ਵੀਰੇ ਨੂੰ ਸਭ ਕੁਝ ਦੱਸ ਦਿੰਦੀ ਸੀ। ਫਿਰ ਵੀ ਮੈਂ ਜਦੋਂ ਤੱਕ ਰਾਜੀਵ ਅਤੇ ਪਾਪਾ ਜੀ ਘਰ ਵਿੱਚ ਰਹਿੰਦੇ ਆ ਉਦੋਂ ਤੱਕ ਕੰਮ ਕਰਦੀ ਆ। ਉਹਨਾਂ ਦੇ ਜਾਣ ਤੋਂ ਬਾਅਦ ਸਭ ਕੁਝ ਛੱਡ ਕੇ ਸਿੱਧਾ ਆਪਣੇ ਕਮਰੇ 'ਚ ਆ ਜਾਂਦੀ ਆ। ਮੈਂ ਮੰਮੀ ਜੀ ਦੇ ਕੋਲ ਨਹੀਂ ਬੈਠਦੀ ਅਤੇ ਨਾ ਹੀ ਉਹਨਾਂ ਨਾਲ ਕੋਈ ਗੱਲ ਕਰਦੀ ਆ। ਉਹ ਸਾਰਾ ਦਿਨ ਇਕੱਲੀ ਘਰ ਦਾ ਕੰਮ ਕਰਦੀ ਆ। ਮੈਂ ਬਸ ਰਾਜੀਵ ਦੇ ਵਾਪਸ ਆਉਣ ਤੱਕ ਤੋਂ ਪਹਿਲਾਂ ਹੇਠਾਂ ਜਾ ਕੇ ਕੰਮ ਕਰਨ ਅਤੇ ਥਕਾਵਟ ਦਾ ਨਾਟਕ ਕਰਦੀ ਆ, ਤਾਂ ਕਿ ਰਾਜੀਵ ਨੂੰ ਲੱਗੇ ਕਿ ਮੈਂ ਹੀ ਘਰ ਦਾ ਸਾਰਾ ਕੰਮ ਕਰਦੀ ਆ। ਇਹ ਸੁਣ ਕੇ ਬਿਮਲਾ ਜੀ ਨੂੰ ਸਮਝ ਆ ਗਿਆ ਕਿ ਉਹ ਸਭ ਕੁਝ ਆਪਣੀ ਮੰਮੀ ਦੇ ਕਹਿਣ 'ਤੇ ਕਰ ਰਹੀ ਆ, ਪਰ ਉਸਨੇ ਕਿਸੇ ਨੂੰ ਕੁਝ ਨਹੀਂ ਕਿਹਾ। ਸਾਰੇ ਕੰਮ ਪਹਿਲਾਂ ਦੀ ਤਰ੍ਹਾਂ ਕਰਦੀ ਰਹੀ, ਪਰ ਉਹ ਮਾਣੀ ਮਨ ਵਿੱਚ ਬਹੁਤ ਹੀ ਦੁਖੀ ਸੀ ਕਿ ਰਾਜੀਵ ਦਾ ਘਰ ਉਸਦੀ ਸੱਸ ਦੀ ਵਜ੍ਹਾ ਨਾਲ ਟੁੱਟ ਸਕਦਾ। ਉਸ ਨੂੰ ਲੱਗਦਾ ਸੀ ਕਿ ਰੀਨਾ ਬਹੁਤ ਚੰਗੀ ਕੁੜੀ ਆ, ਬਸ ਉਸ ਨੂੰ ਸਹੀ ਦਿਸ਼ਾ ਦਿਖਾਉਣ ਦੀ ਜ਼ਰੂਰਤ ਆ। ਪਰ ਕਿਵੇਂ, ਇਸ ਦਾ ਜਵਾਬ ਉਸ ਦੇ ਕੋਲ ਨਹੀਂ ਸੀ। ਹੌਲੀ ਹੌਲੀ ਰਾਜੀਵ ਦੇ ਵਿਆਹ ਨੂੰ 1 ਸਾਲ ਹੋ ਗਿਆ। ਰੀਨਾ ਚਾਹੁੰਦੀ ਸੀ ਕਿ ਉਸ ਦੇ ਵਿਆਹ ਦੀ ਐਨਵਰਸਰੀ ਲਈ ਪਾਰਟੀ ਹੋਵੇ ਅਤੇ ਉਹਦੇ ਪੇਕਿਆਂ ਨੂੰ ਬੁਲਾਇਆ ਜਾਵੇ। ਰਾਜੀਵ ਨੇ ਆਪਣੇ ਮੰਮੀ ਪਾਪਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ 'ਚ ਪੁੱਛਣ ਵਾਲੀ ਕਿਹੜੀ ਗੱਲ ਆ, ਅਸੀਂ ਤਾਂ ਵੈਸੇ ਵੀ ਤੁਹਾਨੂੰ ਦੋਹਾਂ ਨੂੰ ਸਰਪ੍ਰਾਈਜ਼ ਪਾਰਟੀ ਦੇਣ ਵਾਲੇ ਸੀ। ਤੇਰੀ ਮੰਮੀ ਨੇ ਤਾਂ ਸਭ ਇੰਤਜ਼ਾਮ ਪਹਿਲਾਂ ਹੀ ਕਰ ਲਿਆ ਸੀ। ਆਹ ਦੇਖ, ਇਨਵੀਟੇਸ਼ਨ ਕਾਰਡ, ਗੈਸਟਾਂ ਦੀ ਲਿਸਟ, ਖਾਣ ਪੀਣ ਅਤੇ ਸਜਾਵਟ ਦੀ ਬੁਕਿੰਗ ਵੀ ਕਰ ਲਈ ਸੀ। ਹੁਣ ਤੂੰ ਰੀਨਾ ਨੂੰ ਇਹ ਲਿਸਟ ਦਿਖਾ ਦੇ। ਜੇ ਉਸਨੇ ਕੁਝ ਚੇਂਜ ਕਰਨਾ ਹੈ ਜਾਂ ਕੁਝ ਐਡ ਕਰਨਾ ਤਾਂ ਕਰ ਦੇਵੇਗੀ, ਪਰ ਸਾਡੇ ਵੱਲੋਂ ਸਭ ਕੁਝ ਫਾਈਨਲ ਆ। ਰੀਨਾ ਇਸ ਸਭ ਦੀ ਕੋਈ ਵੀ ਆਸ ਨਹੀਂ ਸੀ ਕਿ ਮੰਮੀ ਜੀ ਅਤੇ ਪਾਪਾ ਜੀ ਉਹਨਾਂ ਲਈ ਪਾਰਟੀ ਆਰਗੇਨਾਈਜ਼ ਕਰਨਗੇ। ਉਸ ਨੂੰ ਤਾਂ ਹੈਰਾਨੀ ਹੋ ਰਹੀ ਸੀ ਕਿ ਨਾਲ ਹੀ ਖੁਸ਼ੀ ਵੀ, ਕਿ ਚਲੋ ਹੁਣ ਸਭ ਨਾਲ ਮਿਲਣਾ ਵੀ ਹੋ ਜਾਵੇਗਾ। ਬਿਮਲਾ ਜੀ ਰੀਨਾ ਦੇ ਪੇਕਿਆਂ ਨੂੰ ਮਿਲਣ ਦੇ ਲਈ ਐਕਸਾਈਟਡ ਸੀ, ਇਸ ਲਈ ਉਹਨਾਂ ਨੇ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦਿੱਤਾ। ਪਾਰਟੀ ਦੀ ਤਿਆਰੀ ਕਰ ਲਈ। ਪਾਰਟੀ ਵਾਲੇ ਦਾ ਰੀਨਾ ਦੀ ਫੈਮਿਲੀ ਨੂੰ ਸੁਬਾਹ ਹੀ ਆਉਣ ਲਈ ਕਿਹਾ ਸੀ। ਮੀਨਾ ਜੀ ਆਪਣੀ ਫੈਮਿਲੀ ਦੇ ਨਾਲ ਸੁਬਾਹ 10 ਵਜੇ ਤੱਕ ਆ ਗਈ। ਬਿਮਲਾ ਜੀ ਨੇ ਕੁਝ ਨਹੀਂ ਕਿਹਾ। ਉਹ ਕਿਚਨ 'ਚ ਸਭ ਦੇ ਲਈ ਚਾਹ ਨਾਸ਼ਤਾ ਬਣਾਉਣ ਚਲੀ ਗਈ। ਇੱਧਰ ਮੀਨਾ ਜੀ ਅਤੇ ਰੀਨਾ ਕਮਰੇ 'ਚ ਬੈਠ ਕੇ ਗੱਲਾਂ ਕਰਨ ਲੱਗ ਗਈਆਂ। ਰਾਜੀਵ ਅਤੇ ਉਸਦੇ ਪਾਪਾ ਰੀਨਾ ਦੇ ਭਰਾ ਅਤੇ ਪਾਪਾ ਕੋਲ ਬੈਠ ਕੇ ਗੱਲਾਂ ਕਰ ਰਹੇ ਸੀ। ਰੂਹੀ ਨੇ ਦੇਖਿਆ ਕਿ ਬਿਮਲਾ ਜੀ ਕਿਚਨ 'ਚ ਇਕੱਲੀ ਕੰਮ ਕਰ ਰਹੀ ਆ। ਉਸ ਦੇ ਕੋਲ ਜਾ ਕੇ ਬੋਲੀ, ਆਂਟੀ ਜੀ ਤੁਸੀਂ ਬੁਰਾ ਨਾ ਮੰਨੋ ਤਾਂ ਤੁਸੀਂ ਬੈਠ ਜਾਓ, ਨਾਸ਼ਤਾ ਮੈਂ ਬਣਾਉਣੀ ਆ। ਬਿਮਲਾ ਜੀ ਨੂੰ ਰੂਹੀ ਦੀ ਗੱਲ ਸੁਣ ਕੇ ਬਹੁਤ ਹੀ ਚੰਗਾ ਲੱਗਿਆ। ਉਹ ਉੱਥੇ ਹੀ ਕੁਰਸੀ 'ਤੇ ਬੈਠ ਗਈ। ਰੂਹੀ ਨੂੰ ਕੰਮ ਕਰਦੇ ਹੋਏ ਦੇਖਣ ਲੱਗੀ ਕਿ ਉਹ ਕਿੰਨਾ ਸੋਹਣਾ ਕੰਮ ਕਰ ਰਹੀ ਆ। ਨਾਲ ਹੀ ਨਾਲ ਕਿਚਨ ਦਾ ਸਾਰਾ ਸਮਾਨ ਵੀ ਸੰਭਾਲ ਰਹੀ ਸੀ। ਬਿਮਲਾ ਜੀ ਦੀ ਅਨੁਭਵੀ ਨਜ਼ਰ ਨੂੰ ਅੰਦਾਜ਼ਾ ਹੋ ਗਿਆ ਕਿ ਰੂਹੀ ਉਦਾਸ ਆ। ਉਹਨਾਂ ਨੇ ਰੂਹੀ ਨੂੰ ਪੁੱਛਿਆ ਕਿ ਬੇਟਾ ਇੱਕ ਗੱਲ ਦੱਸ, ਕਿ ਤੇਰੀ ਸੱਸ ਘਰ 'ਚ ਕੋਈ ਕੰਮ ਕਰਦੀ ਆ ਜਾਂ ਤੂੰ ਹੀ ਸਾਰਾ ਕੰਮ ਕਰਦੀ ਆ? ਰੂਹੀ ਬਿਮਲਾ ਜੀ ਦੀ ਗੱਲ ਸੁਣ ਕੇ ਇੱਕਦਮ ਘਬਰਾ ਗਈ ਅਤੇ ਕਹਿਣ ਲੱਗੀ, ਨਹੀਂ ਅਜਿਹੀ ਕੋਈ ਗੱਲ ਨਹੀਂ ਆਂਟੀ ਜੀ, ਮੰਮੀ ਜੀ ਅਤੇ ਮੈਂ ਮਿਲ ਕੇ ਹੀ ਘਰ ਦੇ ਕੰਮ ਕਰਦੇ ਹਾਂ। ਪਰ ਤੁਸੀਂ ਇਹ ਕਿਉਂ ਪੁੱਛ ਰਹੇ ਹੋ? ਬਿਮਲਾ ਜੀ ਬੋਲੀ, ਕਿਉਂਕਿ ਰੀਨਾ ਤਾਂ ਹਰ ਸਮੇਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਆਪਣੀ ਮੰਮੀ ਨਾਲ ਗੱਲ ਕਰਦੀ ਰਹਿੰਦੀ ਆ। ਉਸ ਕੋਲ ਮੇਰੇ ਨਾਲ ਗੱਲ ਕਰਨ ਦਾ ਸਮਾਂ ਹੀ ਨਹੀਂ ਹੁੰਦਾ ਅਤੇ ਨਾ ਹੀ ਘਰ ਦਾ ਕੰਮ ਕਰਨ ਦਾ। ਮੈਨੂੰ ਤਾਂ ਆਦਤ ਆ ਕੰਮ ਕਰਨ ਦੀ, ਮੈਂ ਸਾਰਾ ਕੰਮ ਖੁਦ ਹੀ ਕਰ ਲੈਂਦੀ ਆ। ਮੈਨੂੰ ਲੱਗਦਾ ਕਿ ਵਿਆਹ ਤੋਂ ਪਹਿਲਾਂ ਵੀ ਰੀਨਾ ਘਰ ਦਾ ਕੋਈ ਕੰਮ ਨਹੀਂ ਕਰਦੀ ਹੋਵੇਗੀ, ਤਾਂ ਹੀ ਤਾਂ ਜਦੋਂ ਖਾਣਾ ਬਣਾਉਣ ਦਾ ਸਮਾਂ ਹੁੰਦਾ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ ਆ। ਹੁਣ ਤਾਂ ਮੈਂ ਉਸ ਨੂੰ ਕੰਮ ਦੇ ਲਈ ਕਹਿਣਾ ਹੀ ਬੰਦ ਕਰ ਦਿੱਤਾ। ਉਹ ਤਾਂ ਆਪਣੀ ਮੰਮੀ ਦੇ ਕਹੇ ਅਨੁਸਾਰ ਚੱਲਦੀ ਆ। ਜਿੰਨਾ ਉਹ ਕਹਿੰਦੀ ਆ ਓਨਾ ਹੀ ਕੰਮ ਕਰਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਆ। ਰੂਹੀ ਨੂੰ ਇਹਨਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਸੀ। ਉਹ ਆਪਣੇ ਮੂੰਹ ਨਾਲ ਆਪਣੇ ਘਰ ਦੀ ਬੁਰਾਈ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਉਹ ਹੰਝੂ ਭਰੀਆਂ ਅੱਖਾਂ ਨਾਲ ਬਿਮਲਾ ਜੀ ਵੱਲ ਦੇਖਣ ਲੱਗੀ। ਬਿਮਲਾ ਜੀ ਨੇ ਜਦੋਂ ਰੂਹੀ ਦੀ ਇਹ ਦਸ਼ਾ ਦੇਖੀ ਤਾਂ ਉਹ ਸਮਝ ਗਈ ਕਿ ਬੋਲੀ, ਬੇਟਾ ਮੈਨੂੰ ਮਾफ़ ਕਰਨਾ, ਮੈਂ ਵੀ ਇਕੱਲੀ ਰਹਿ ਗਈ ਹਾਂ। ਕਿਸ ਨਾਲ ਆਪਣੇ ਦਿਲ ਦੀ ਗੱਲ ਕਰਾਂ? ਤੇਰੇ ਸਾਹਮਣੇ ਦਿਲ ਦਾ ਹਾਲ ਰੱਖ ਦਿੱਤਾ, ਪਰ ਤੇਰਾ ਹਾਲ ਵੀ ਮੇਰੇ ਵਰਗਾ ਹੀ ਆ। ਕਿਉਂ ਨਾ ਆਪਾਂ ਦੋਹੇ ਮਿਲ ਕੇ ਇਸ ਸਮੱਸਿਆ ਦਾ ਹੱਲ ਕੱਢੀਏ।
ਇਸ ਸਮੱਸਿਆ ਦਾ ਇੱਕ ਹੀ ਹੱਲ ਆ, ਟਿਟ ਫੋਰ ਟੈਟ। ਮਤਲਬ ਤੂੰ ਵੀ ਆਪਣੇ ਪਤੀ ਤੇ ਸਹੁਰੇ ਦੇ ਸਾਹਮਣੇ ਘਰ ਦਾ ਕੰਮ ਕਰੇਂਗੀ ਤੇ ਉਹਨਾਂ ਦੇ ਘਰ ਤੋਂ ਜਾਂਦਿਆਂ ਹੀ ਤੂੰ ਆਪਣੇ ਕਮਰੇ ਵਿੱਚ ਜਾ ਕੇ ਮੇਰੇ ਨਾਲ ਗੱਲਾਂ ਕਰਨਾ ਸ਼ੁਰੂ ਕਰ ਦੇਈਂ। ਪਰ ਤੂੰ ਮੈਨੂੰ ਮੰਮੀ ਜੀ ਕਹਿ ਕੇ ਬੁਲਾਈ, ਜਿਸ ਤੋਂ ਤੇਰੀ ਸੱਸ ਮੀਨਾ ਨੂੰ ਲੱਗੇ ਕਿ ਤੂੰ ਆਪਣੀ ਮੰਮੀ ਨਾਲ ਗੱਲ ਕਰ ਰਹੀ ਆ। ਮੈਂ ਤੈਨੂੰ ਪ੍ਰਿਆ ਕਹਿ ਕੇ ਬੋਲਾਂਗੀ, ਰੀਨਾ ਨੂੰ ਲੱਗੇਗਾ ਕਿ ਮੈਂ ਆਪਣੀ ਬੇਟੀ ਨਾਲ ਗੱਲ ਕਰ ਰਹੀ ਆ। ਫਿਰ ਦੇਖਦੇ ਹਾਂ ਅੱਗੇ ਕੀ ਹੁੰਦਾ। ਇੰਨਾ ਕਹਿ ਕੇ ਉਹਨਾਂ ਨੇ ਰੂਹੀ ਦਾ ਫੋਨ ਨੰਬਰ ਲੈ ਲਿਆ। ਰੂਹੀ ਬਿਮਲਾ ਜੀ ਨੂੰ ਕਹਿੰਦੀ ਆ, ਆਂਟੀ ਜੀ, ਮੈਂ ਤਾਂ ਮੰਮੀ ਜੀ ਤੇ ਦੀਦੀ ਜੀ ਦੀ ਬਹੁਤ ਇੱਜ਼ਤ ਕਰਦੀ ਆ। ਇਹਨਾਂ ਦੋਹਾਂ ਨੇ ਮੇਰੇ ਨਾਲ ਬਹੁਤ ਗਲਤ ਸਲੂਕ ਕੀਤਾ, ਪਰ ਮੈਂ ਰੀਨਾ ਦੀਦੀ ਦਾ ਘਰ ਟੁੱਟਦਾ ਹੋਇਆ ਨਹੀਂ ਦੇਖ ਸਕਦੀ। ਇਹ ਗੱਲ ਅਲੱਗ ਆ ਕਿ ਉਹਨਾਂ ਨੇ ਮੇਰੇ ਨਾਲ ਸਹੀ ਨਹੀਂ ਕੀਤਾ। ਇੱਕ ਗੱਲ ਕਹਾਂ ਆਂਟੀ ਜੀ, ਰੀਨਾ ਦੀਦੀ ਤਾਂ ਚਾਹੁੰਦੀ ਆ ਕਿ ਉਹ ਘਰ ਦਾ ਕੰਮ ਸਿੱਖ ਲਵੇ, ਪਰ ਮੰਮੀ ਉਹਨਾਂ ਨੂੰ ਪਤਾ ਨਹੀਂ ਕਿਉਂ ਸਹੀ ਰਸਤੇ 'ਤੇ ਚੱਲਣ ਨਹੀਂ ਦਿੰਦੀ। ਮੈਂ ਉਹਨਾਂ ਨੂੰ ਸੁਧਾਰਨ ਦੇ ਲਈ ਤੁਹਾਡੀ ਗੱਲ ਮੰਨਾਂਗੀ, ਚਾਹੇ ਮੈਨੂੰ ਮੰਮੀ ਤੋਂ ਕਿੰਨੀਆਂ ਵੀ ਝਿੜਕਾਂ ਮਿਲ ਜਾਣ। ਬਿਮਲਾ ਜੀ ਬੋਲੀ, ਠੀਕ ਆ, ਹੁਣ ਆਪਾਂ ਬਾਹਰ ਚੱਲਦੇ ਹਾਂ, ਪਰਸੋਂ ਮੈਂ ਆਪਣਾ ਕੰਮ ਸ਼ੁਰੂ ਕਰਾਂਗੇ। ਫਿਰ ਸਾਰਿਆਂ ਨੇ ਚਾਹ ਨਾਸ਼ਤਾ ਕੀਤਾ। ਰਾਤ ਨੂੰ ਪਾਰਟੀ ਕਰਕੇ ਰੀਨਾ ਦੀ ਫੈਮਿਲੀ ਵਾਲੇ ਵਾਪਸ ਆਪਣੇ ਘਰ ਚਲੇ ਗਏ। ਰੀਨਾ ਬਹੁਤ ਖੁਸ਼ ਸੀ ਕਿਉਂਕਿ ਉਸ ਦੀ ਮੰਮੀ ਨੇ ਉਸ ਨੂੰ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ। ਘਰ ਤੋਂ ਅਲੱਗ ਹੋਣ ਦੀ ਗੱਲ ਤੋਂ ਉਸ ਦਾ ਮਨ ਬਹੁਤ ਖੁਸ਼ ਸੀ। ਇਹਨਾਂ ਗੱਲਾਂ 'ਤੇ ਉਹ ਇੱਕ ਦਿਨ ਅਮਲ ਕਰੇਗੀ। ਪਰ ਇੱਕ ਦਿਨ ਬਾਅਦ ਜਦੋਂ ਸੁਬਾਹ ਕਿਚਨ 'ਚ ਗਈ ਤਾਂ ਉਸਨੇ ਦੇਖਿਆ ਕਿ ਬਿਮਲਾ ਜੀ ਕਿਚਨ ਵਿੱਚ ਨਹੀਂ ਸੀ। ਚਾਹ ਵੀ ਨਹੀਂ ਬਣੀ ਸੀ ਤਾਂ ਉਸਨੇ ਸਭ ਤੋਂ ਪਹਿਲਾਂ ਸਭ ਦੇ ਲਈ ਚਾਹ ਬਣਾਈ ਤੇ ਸਭ ਨੂੰ ਦਿੱਤੀ। ਉਸ ਦੇ ਬਾਅਦ ਜਲਦੀ ਨਾਲ ਨਾਸ਼ਤੇ ਦੀ ਤਿਆਰੀ ਕਰਨ ਲੱਗੀ। ਨਾਸ਼ਤਾ ਵੀ ਬਣ ਗਿਆ। ਜਦੋਂ ਰਾਜੀਵ ਆਇਆ ਤੇ ਬੋਲਿਆ, ਰੀਨਾ, ਮੰਮੀ ਨੂੰ ਬਹੁਤ ਤੇਜ਼ ਬੁਖਾਰ ਆ, ਉਹਨਾਂ ਦੇ ਲਈ ਖਿਚੜੀ ਬਣਾ ਦੇ ਤੇ ਉਹਨਾਂ ਨੂੰ ਟਾਈਮ ਸਿਰ ਦਵਾਈ ਦੇ ਦੇਈਂ। ਪਾਪਾ ਸ਼ਾਮ ਨੂੰ ਘਰ ਜਲਦੀ ਆ ਜਾਣਗੇ। ਇੰਨਾ ਕਹਿ ਕੇ ਰਾਜੀਵ ਆਪਣੇ ਪਾਪਾ ਦੇ ਨਾਲ ਚਲਾ ਗਿਆ। ਇੱਧਰ ਰੀਨਾ ਨੇ ਮੰਮੀ ਨੂੰ ਕਮਰੇ 'ਚ ਜਾ ਕੇ ਦੇਖਿਆ ਕਿ ਮੰਮੀ ਨੂੰ ਸੱਚਮੁੱਚ ਬੁਖਾਰ ਆ ਜਾਂ ਨਹੀਂ। ਬਿਮਲਾ ਜੀ ਨੂੰ ਸੱਚਮੁੱਚ ਤੇਜ਼ ਬੁਖਾਰ ਸੀ। ਉਹ ਬਿਸਤਰੇ 'ਤੇ ਪਈ ਸੀ। ਜਦੋਂ ਰੀਨਾ ਨੇ ਝੂਠੀ ਮੁਸਕਾਨ ਦੇ ਨਾਲ ਬਿਮਲਾ ਜੀ ਤੋਂ ਉਹਨਾਂ ਦੀ ਤਬੀਅਤ ਪੁੱਛੀ ਤੇ ਉਹਨਾਂ ਨੂੰ ਨਾਸ਼ਤਾ ਕਰਵਾ ਕੇ ਦਵਾਈ ਦਿੱਤੀ, ਫਿਰ ਆਪਣੇ ਕਮਰੇ 'ਚ ਆ ਕੇ ਆਪਣੀ ਮੰਮੀ ਨਾਲ ਫੋਨ 'ਤੇ ਗੱਲ ਕਰਨ ਲੱਗ ਗਈ। ਮੀਨਾ ਜੀ ਨੇ ਫੋਨ ਚੁੱਕ ਕੇ ਗੁੱਸੇ 'ਚ ਪੁੱਛਿਆ, ਕੌਣ ਬੋਲ ਰਿਹਾ? ਰੀਨਾ ਬੋਲੀ, ਮੰਮੀ ਜੀ। ਕੀ ਹੋਇਆ, ਇੰਨਾ ਗੁੱਸੇ ਕਿਉਂ? ਮੀਨਾ ਬੋਲੀ, ਤੂੰ ਅੱਜ ਇੰਨੀ ਜਲਦੀ ਫੋਨ ਕਿਵੇਂ ਕਰ ਲਿਆ? ਤਾਂ ਰੀਨਾ ਨੇ ਆਪਣੇ ਘਰ ਦੀ ਸੁਬਾਹ ਦੀ ਘਟਨਾ ਦੱਸੀ। ਫਿਰ ਉਸਨੇ ਆਪਣੀ ਮਾਂ ਨੂੰ ਪੁੱਛਿਆ ਕਿ ਤੁਸੀਂ ਇੰਨੇ ਗੁੱਸੇ 'ਚ ਕਿਉਂ ਹੋ? ਮੀਨਾ ਬੋਲੀ, ਅੱਜ ਰੂਹੀ ਨੂੰ ਪਤਾ ਨਹੀਂ ਕਿਵੇਂ ਪੇਟ ਦਰਦ ਹੋ ਰਿਹਾ, ਉਹ ਕਮਰੇ ਵਿੱਚੋਂ ਬਾਹਰ ਨਹੀਂ ਆਈ। ਮੈਨੂੰ ਸਾਰਾ ਘਰ ਦਾ ਕੰਮ ਕਰਨਾ ਪਿਆ, ਸਮਝ ਨਹੀਂ ਆਉਂਦਾ ਕਿ ਕਿਵੇਂ ਕਰਾਂ। ਹੁਣ ਤਾਂ ਮੈਨੂੰ ਆਦਤ ਵੀ ਨਹੀਂ ਰਹੀ, ਪਤਾ ਨਹੀਂ ਉਹ ਕਿਵੇਂ ਸਭ ਕੁਝ ਕਰ ਲੈਂਦੀ ਆ। ਦੋਨੋਂ ਮਾਂ ਬੇਟੀ ਦਾ ਦੇਰ ਤੱਕ ਗੱਲਾਂ ਕਰਦੀਆਂ ਰਹੀਆਂ। ਫਿਰ ਰੀਨਾ ਬੋਲੀ, ਮੰਮੀ ਮੈਂ ਫੋਨ ਰੱਖਦੀ ਆ, ਮੈਂ ਕਿਚਨ ਵਿੱਚ ਕੰਮ ਕਰਨਾ। ਮੀਨਾ ਬੋਲੀ, ਤੇਰੀਆਂ ਗੱਲਾਂ ਦੇ ਚੱਕਰਾਂ 'ਚ ਮੈਂ ਵੀ ਘਰ ਦੇ ਕੰਮ ਭੁੱਲ ਗਈ, ਹੁਣ ਫੋਨ ਰੱਖ। ਇੰਨਾ ਕਹਿ ਕੇ ਮੀਨਾ ਨੇ ਫੋਨ ਰੱਖਿਆ ਤੇ ਕਿਚਨ ਦੇ ਲਈ ਘਰ ਦੀ ਸਫਾਈ ਵਿੱਚ ਲੱਗ ਗਈ। ਕਈ ਸਾਲਾਂ ਬਾਅਦ ਘਰ ਦੇ ਕੰਮ ਕਰਨ ਵਿੱਚ ਮੀਨਾ ਨੂੰ ਬੜੀ ਉਲਝਣ ਤੇ ਥਕਾਵਟ ਹੋ ਰਹੀ ਸੀ, ਪਰ ਕੀ ਕਰਦੀ, ਕਰਨਾ ਤਾਂ ਪੈਣਾ ਹੀ ਸੀ। ਮਦਦ ਦੇ ਲਈ ਕੋਈ ਵੀ ਨਹੀਂ ਸੀ। ਇੱਧਰ ਰੀਨਾ ਦਾ ਵੀ ਇਹੀ ਹਾਲ ਸੀ। ਉਹ ਤਾਂ ਸੁਬਾਹ ਸ਼ਾਮ ਥੋੜ੍ਹੀ ਦੇਰ ਦੇ ਲਈ ਕਿਚਨ ਵਿੱਚ ਕੰਮ ਕਰਦੀ ਸੀ, ਬਾਕੀ ਸਾਰਾ ਕੰਮ ਤਾਂ ਉਸ ਦੀ ਸੱਸ ਕਰਦੀ ਸੀ। ਪਰ ਅੱਜ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਸ਼ੁਰੂ ਕਿੱਥੋਂ ਕਰਾਂ। ਖੈਰ, ਜਿਵੇਂ ਕਿਵੇਂ ਕਰਕੇ ਕੰਮ ਖਤਮ ਕਰ ਦਿੱਤਾ ਤੇ ਸੋਚਿਆ ਕਿ ਥੋੜ੍ਹੇ ਟਾਈਮ ਆਰਾਮ ਕਰ ਲੈਂਦੀ ਆ। ਪਰ ਟਾਈਮ ਦੇਖਿਆ ਤਾਂ ਦੁਪਹਿਰ ਦਾ 1 ਵੱਜਿਆ ਸੀ। ਉਸਨੇ ਝਟਪਟ ਖਿਚੜੀ ਪਲੇਟ ਵਿੱਚ ਪਰੋਸੀ ਤੇ ਪਾਣੀ ਲੈ ਕੇ ਆਪਣੀ ਸੱਸ ਦੇ ਕਮਰੇ 'ਚ ਜਾ ਕੇ ਉਸ ਨੂੰ ਖਿਚੜੀ ਖਵਾਈ ਤੇ ਫਿਰ ਦਵਾਈ ਦਿੱਤੀ। ਉਸ ਦੇ ਬਾਅਦ ਉਸ ਦਾ ਹਾਲ ਚਾਲ ਪੁੱਛ ਕੇ ਉਹ ਕਿਚਨ 'ਚ ਗਈ। ਉਸ ਨੂੰ ਭੁੱਖ ਲੱਗੀ ਸੀ ਤੇ ਉਸਨੇ ਖਾਣਾ ਤਾਂ ਬਣਾਇਆ ਹੀ ਨਹੀਂ ਸੀ, ਇਸ ਲਈ ਬਚੀ ਖਿਚੜੀ ਖਾ ਲਈ। ਆਰਾਮ ਕਰਨ ਦੇ ਲਈ ਆਪਣੇ ਕਮਰੇ 'ਚ ਗਈ, ਸੋਚਿਆ ਕਿ ਆਰਾਮ ਕਰਾਂਗੀ। ਜਿਵੇਂ ਹੀ ਬੈੱਡ 'ਤੇ ਪਈ ਤਾਂ ਰਾਜੀਵ ਦਾ ਫੋਨ ਆ ਗਿਆ। ਉਸਨੇ ਬਿਮਲਾ ਜੀ ਦੇ ਬਾਰੇ ਪੁੱਛਿਆ ਤੇ ਬੋਲਿਆ, ਪਾਪਾ 4-5 ਵਜੇ ਘਰ ਆ ਜਾਣਗੇ। ਇਹ ਸੁਣ ਕੇ ਰੀਨਾ ਨੇ ਘੜੀ ਦੇਖੀ ਤਾਂ 2 ਵਜੇ ਸੀ। ਉਸਨੇ ਥੋੜ੍ਹਾ ਆਰਾਮ ਕੀਤਾ, ਫਿਰ ਪਈ ਨੇ ਸ਼ਾਮ ਦੇ ਕੰਮ ਦੀ ਪਲੈਨਿੰਗ ਬਣਾਈ। ਉਸਨੇ ਸੋਚਿਆ ਕਿ ਜੇ ਮੈਂ ਪਹਿਲਾਂ ਹੀ ਪਲੈਨਿੰਗ ਕਰ ਲਵਾਂਗੀ ਕਿ ਕੀ ਬਣਾਉਣਾ, ਫਿਰ ਕੰਮ ਆਸਾਨ ਹੋ ਜਾਵੇਗਾ। ਉੱਧਰ ਮੀਨਾ ਜੀ ਦਾ ਵੀ ਕੰਮ ਕਰਕੇ ਸਰੀਰ ਪੂਰੀ ਤਰ੍ਹਾਂ ਥੱਕ ਚੁੱਕਿਆ ਸੀ। ਉਹਨੇ ਵੀ ਖਿਚੜੀ ਰੂਹੀ ਦੇ ਕਮਰੇ 'ਚ ਉਸਦੇ ਖਾਣ ਲਈ ਦੇ ਦਿੱਤੀ ਤੇ ਫਿਰ ਆਰਾਮ ਕਰਨ ਲੱਗੀ। ਜਦੋਂ ਰੀਨਾ ਤੇ ਮੀਨਾ ਆਪਣੇ ਘਰਾਂ ਦੇ ਕੰਮਾਂ ਕਰ ਰਹੀਆਂ ਸੀ ਤਾਂ ਰੂਹੀ ਤੇ ਬਿਮਲਾ ਜੀ ਆਰਾਮ ਨਾਲ ਫੋਨ 'ਤੇ ਇੱਕ ਦੂਜੇ ਨਾਲ ਗੱਲਾਂ ਕਰ ਰਹੀਆਂ ਸੀ।
ਰੂਹੀ ਬੋਲੀ, ਮੈਨੂੰ ਬਿਲਕੁਲ ਹੀ ਚੰਗਾ ਨਹੀਂ ਲੱਗ ਰਿਹਾ, ਮੰਮੀ ਜੀ ਇਕੱਲੇ ਕੰਮ ਕਰ ਰਹੇ ਆ। ਬਿਮਲਾ ਜੀ ਬੋਲੀ, ਕੀ ਮੈਨੂੰ ਚੰਗਾ ਲੱਗਦਾ? ਰੀਨਾ ਸਾਰੇ ਕੰਮ ਇਕੱਲੇ ਕਰੇ, ਪਰ ਦੋਹਾਂ ਨੂੰ ਸਹੀ ਰਸਤੇ 'ਤੇ ਲਿਆਉਣ ਦੇ ਲਈ ਇਹ ਸਭ ਕੁਝ ਕਰਨਾ ਪਵੇਗਾ। ਰੂਹੀ ਬੋਲੀ, ਆਂਟੀ ਜੀ ਕਿੰਨੇ ਦਿਨ ਪੇਟ ਦਰਦ ਦਾ ਨਾਟਕ ਕਰਾਂਗੇ? ਇੱਕ ਦਿਨ ਤਾਂ ਰਾਹੁਲ ਤੇ ਮੰਮੀ ਮੈਨੂੰ ਲੇਡੀ ਡਾਕਟਰ ਦੇ ਕੋਲ ਲੈ ਕੇ ਜਾਣਗੇ। ਤਾਂ ਬਿਮਲਾ ਜੀ ਬੋਲੀ, ਤੂੰ ਉਸ ਸਮੇਂ ਲੇਡੀ ਡਾਕਟਰ ਮਿਸਿਸ ਗੁਪਤਾ ਦਾ ਨਾਮ ਲੈ ਲਵੀਂ, ਬਾਕੀ ਉਹ ਦੇਖ ਲਵੇਗੀ। ਰੂਹੀ ਬੋਲੀ, ਕਿ ਮਿਸਿਸ ਗੁਪਤਾ ਤੁਹਾਨੂੰ ਜਾਣਦੀ ਆ? ਬਿਮਲਾ ਜੀ ਬੋਲੀ, ਹਾਂ, ਉਹ ਮੇਰੀ ਬਹੁਤ ਵਧੀਆ ਫਰੈਂਡ ਆ। ਮੈਂ ਆਪਣੀ ਯੋਜਨਾ ਦੇ ਬਾਰੇ ਉਸ ਨੂੰ ਸਭ ਕੁਝ ਦੱਸ ਰੱਖਿਆ। ਉਹ ਤੇਰੀ ਮਦਦ ਕਰ ਦੇਵੇਗੀ। ਤੇਰੇ ਅੰਕਲ ਜੀ ਆਪਣੀ ਯੋਜਨਾ ਬਾਰੇ ਜਾਣਦੇ ਆ, ਮੈਂ ਕੋਈ ਗੱਲ ਉਹਨਾਂ ਤੋਂ ਨਹੀਂ ਛੁਪਾਉਂਦੀ, ਉਹਨਾਂ ਨੂੰ ਦੱਸ ਕੇ ਹੀ ਇਹ ਯੋਜਨਾ ਬਣਾਈ ਆ। ਰੂਹੀ ਬੋਲੀ, ਤਾਂ ਠੀਕ ਆ, ਹੁਣ ਮੈਨੂੰ ਤਸੱਲੀ ਹੋ ਗਈ। ਬਿਮਲਾ ਜੀ ਬੋਲੀ, ਮੈਂ ਤਾਂ ਹਫ਼ਤਾ ਭਰ ਬੁਖਾਰ ਦਾ ਨਾਟਕ ਕਰਾਂਗੀ, ਫਿਰ ਦੇਖਦੀ ਹਾਂ ਕਿ ਰੀਨਾ ਵਿੱਚ ਕਿੰਨਾ ਕੁ ਬਦਲਾਵ ਆਇਆ। ਰੂਹੀ ਬੋਲੀ, ਠੀਕ ਆ, ਜਿਵੇਂ ਤੁਸੀਂ ਤੇ ਅੰਕਲ ਜੀ ਕਹੋਗੇ ਮੈਂ ਉਵੇਂ ਕਰਾਂਗੀ। ਬਿਮਲਾ ਜੀ ਬੋਲੀ, ਤੂੰ ਰਾਹੁਲ ਨੂੰ ਸਭ ਕੁਝ ਕਿਉਂ ਨਹੀਂ ਦੱਸ ਦਿੰਦੀ? ਘਰ ਉਹੀ ਬੋਲੀ, ਆਂਟੀ ਜੀ ਮੈਂ ਮਾਂ ਬੇਟੇ ਦੇ ਵਿੱਚ ਦਰਾੜ ਨਹੀਂ ਪਾਉਣਾ ਚਾਹੁੰਦੀ। ਜੇ ਉਹਨਾਂ ਨੂੰ ਦੀਦੀ ਤੇ ਮੰਮੀ ਦੀ ਸੱਚਾਈ ਦੱਸ ਦਿੱਤੀ ਤਾਂ ਉਹਨਾਂ ਨੂੰ ਬਹੁਤ ਹੀ ਦੁੱਖ ਹੋਵੇਗਾ। ਬਿਮਲਾ ਜੀ ਕਹਿਣ ਲੱਗੀ, ਤੂੰ ਕਿਸੇ ਤਰ੍ਹਾਂ ਰਾਹੁਲ ਨੂੰ ਮੇਰੇ ਕੋਲ ਭੇਜ ਦੇ, ਮੈਂ ਉਸ ਨੂੰ ਸਮਝਾਵਾਂਗੀ। ਰੂਹੀ ਬੋਲੀ, ਠੀਕ ਆ, ਹੁਣ ਮੈਂ ਫੋਨ ਰੱਖਦੀ ਹਾਂ। ਇੰਨਾ ਕਹਿ ਕੇ ਰੂਹੀ ਨੇ ਫੋਨ ਰੱਖ ਦਿੱਤਾ। ਤਕਰੀਬਨ 1 ਹਫ਼ਤਾ ਹੋ ਗਿਆ ਬਿਮਲਾ ਜੀ ਦਾ ਬੁਖਾਰ ਠੀਕ ਨਹੀਂ ਹੋ ਰਿਹਾ ਸੀ। ਰੀਨਾ ਨੇ ਸੋਚਿਆ ਕਿ 1-2 ਦਿਨ ਵਿੱਚ ਮੰਮੀ ਜੀ ਠੀਕ ਹੋ ਜਾਣਗੇ। ਹੁਣ 1 ਹਫ਼ਤੇ 'ਚ ਲਗਾਤਾਰ ਯੋਜਨਾ ਬਣਾ ਕੇ ਘਰ ਦਾ ਕੰਮ ਕਰਨ ਨਾਲ ਰੀਨਾ ਨੂੰ ਕੰਮ ਕਰਨ ਵਿੱਚ ਆਸਾਨੀ ਹੋਣ ਲੱਗੀ। ਕੰਮ 'ਚ ਬਿਜੀ ਹੋਣ ਦੇ ਕਾਰਨ ਉਹ ਆਪਣੀ ਮਾਂ ਨਾਲ ਵੀ ਗੱਲ ਘੱਟ ਕਰਦੀ। ਜਦੋਂ ਰੀਨਾ ਜੀ ਦਾ ਫੋਨ ਆਉਂਦਾ ਸੀ ਤਾਂ ਉਹ ਹਾਲ ਚਾਲ ਪੁੱਛ ਕੇ ਫੋਨ ਕੱਟ ਦਿੰਦੀ। ਇੱਧਰ ਮੀਨਾ ਜੀ ਨੇ ਦੇਖਿਆ ਕਿ ਉਹਨਾਂ ਦੀ ਨੂੰਹ ਰੂਹੀ ਦਾ ਪੇਟ ਦਰਦ ਠੀਕ ਨਹੀਂ ਹੋ ਰਿਹਾ। ਉਸਨੇ ਰਾਹੁਲ ਨੂੰ ਕਿਹਾ ਕਿ ਕਿਸੇ ਡਾਕਟਰ ਨੂੰ ਦਿਖਾ ਦਿਓ। ਰਾਹੁਲ ਬੋਲਿਆ, ਕਿਉਂ ਨਾ, ਮੈਂ ਰੂਹੀ ਨੂੰ ਡਾਕਟਰ ਮਿਸਿਸ ਗੁਪਤਾ ਨੂੰ ਦਿਖਾ ਦੇਵਾਂ, ਉਹ ਬਹੁਤ ਵਧੀਆ ਡਾਕਟਰ ਆ। ਮੀਨਾ ਜੀ ਬੋਲੀ, ਕਿਸੇ ਨੂੰ ਵੀ ਦਿਖਾ, ਪਰ ਇਸ ਨੂੰ ਜਲਦੀ ਠੀਕ ਕਰ। ਰਾਹੁਲ ਰੂਹੀ ਨੂੰ ਲੈ ਕੇ ਮਿਸਿਸ ਗੁਪਤਾ ਦੇ ਕੋਲ ਚਲਾ ਗਿਆ ਤਾਂ ਉਹਨਾਂ ਨੇ ਰੂਹੀ ਦਾ ਚੈੱਕਅਪ ਕਰਕੇ ਦੱਸਿਆ ਕਿ ਉਹ ਮਾਂ ਬਣਨ ਵਾਲੀ ਆ, ਪਰ ਉਸ ਦੀ ਕੰਡੀਸ਼ਨ ਕ੍ਰਿਟੀਕਲ ਆ। ਬੱਚੇ ਦੀ ਗਰੋਥ ਦੇ ਲਈ ਉਸ ਨੂੰ ਪੂਰੇ ਸਮੇਂ ਬੈੱਡ ਰੈਸਟ ਦੀ ਜ਼ਰੂਰਤ ਆ। ਜਦੋਂ ਇਹ ਗੱਲ ਮੀਨਾ ਜੀ ਨੂੰ ਪਤਾ ਲੱਗੀ ਕਿ ਰੂਹੀ ਮਾਂ ਬਣਨ ਵਾਲੀ ਆ ਤਾਂ ਉਹ ਬਹੁਤ ਹੀ ਖੁਸ਼ ਹੋਈ। ਜਦੋਂ ਇਹ ਪਤਾ ਲੱਗਿਆ ਕਿ ਡਾਕਟਰ ਨੇ ਰੂਹੀ ਨੂੰ ਕਮਜ਼ੋਰੀ ਦੀ ਵਜ੍ਹਾ ਕਰਕੇ ਤੇ ਬੱਚੇ ਦੀ ਗਰੋਥ ਦੇ ਕਾਰਨ ਪੂਰਾ ਸਮਾਂ ਆਰਾਮ ਕਰਨ ਦੇ ਲਈ ਕਿਹਾ ਤਾਂ ਉਹ ਪਰੇਸ਼ਾਨ ਹੋ ਗਈ ਕਿ ਮੈਂ ਇਕੱਲੀ ਸਾਰਾ ਕੰਮ ਕਿਵੇਂ ਕਰਾਂਗੀ। ਉਸ ਦੀ ਪਰੇਸ਼ਾਨੀ ਤੋਂ ਰੂਹੀ ਸਮਝ ਗਈ ਤੇ ਬੋਲੀ, ਮੰਮੀ ਜੀ ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਹੌਲੀ ਹੌਲੀ ਕੰਮ ਵਿੱਚ ਮਦਦ ਕਰ ਦਿਆ ਕਰਾਂਗੀ। ਮੀਨਾ ਜੀ ਬੋਲੀ, ਨਹੀਂ ਰਹਿਣ ਦੇ, ਮੈਂ ਸੰਭਾਲ ਲਵਾਂਗੀ। ਰੂਹੀ ਨੇ ਰਾਹੁਲ ਨੂੰ ਕਹਿ ਕੇ ਪੂਰੇ ਦਿਨ ਲਈ ਕੰਮ ਕਰਨ ਵਾਲੀ ਨੌਕਰਾਣੀ ਦਾ ਇੰਤਜ਼ਾਮ ਕਰ ਲਿਆ ਤੇ ਮੀਨਾ ਜੀ ਨੂੰ ਕਿਹਾ, ਮੰਮੀ ਜੀ ਜੇ ਤੁਸੀਂ ਕਹੋ ਤਾਂ ਖਾਣਾ ਬਣਾਉਣ ਵਾਲੀ ਨੌਕਰਾਣੀ ਵੀ ਰੱਖ ਲੈਂਦੇ ਆ। ਤੁਹਾਨੂੰ ਕੰਮ ਕਰਦੇ ਦੇਖ ਕੇ ਮੈਨੂੰ ਚੰਗਾ ਨਹੀਂ ਲੱਗਦਾ, ਮੈਂ ਆਰਾਮ ਕਰਾਂ ਤੇ ਤੁਸੀਂ ਕੰਮ ਕਰੋ। ਮੀਨਾ ਜੀ ਨੇ ਰੂਹੀ ਨੂੰ ਆਪਣੇ ਲਈ ਚਿੰਤਾ ਕਰਦੇ ਹੋਏ ਦੇਖ ਕੇ ਚੰਗਾ ਲੱਗਿਆ, ਪਰ ਉਹ ਬੋਲੀ ਕਿ ਅਜੇ ਮੇਰੀ ਉਮਰ ਹੀ ਕਿੰਨੀ ਕੁ ਹੋਈ ਆ, ਜੇ ਮੇਰੇ ਹੱਥ ਪੈਰ ਨਾ ਚੱਲੇ ਤਾਂ ਮੈਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਣਗੀਆਂ। ਇਸ ਲਈ ਤੂੰ ਮੇਰਾ ਫਿਕਰ ਨਾ ਕਰ, ਖਾਣਾ ਤਾਂ ਮੈਂ ਹੀ ਬਣਾਵਾਂਗੀ, ਬਾਕੀ ਦੇ ਕੰਮਾਂ ਲਈ ਨੌਕਰਾਣੀ ਰੱਖ ਲਈ ਤਾਂ ਮੈਨੂੰ ਮਦਦ ਮਿਲ ਜਾਇਆ ਕਰੇਗੀ। ਮੀਨਾ ਜੀ ਆਪਣੇ ਕਮਰੇ ਵਿੱਚ ਆ ਕੇ ਬੈੱਡ 'ਤੇ ਬੈਠ ਗਈ ਤੇ ਸੋਚਣ ਲੱਗੀ, ਦੇਖੋ ਇੱਕ ਇਹ ਆ ਜੋ ਵਿਆਹ ਕਰਵਾ ਕੇ ਸਾਡੀ ਫੈਮਿਲੀ ਨੂੰ ਆਪਣਾ ਸਮਝਦੀ ਆ ਤੇ ਇੱਕ ਮੈਂ ਆ ਜੋ ਇਸ 'ਤੇ ਇੰਨੇ ਅਤਿਆਚਾਰ ਕਰਦੀ ਆ, ਪਰ ਇਸ ਨੇ ਕਦੇ ਵੀ ਮੈਨੂੰ ਪਲਟ ਕੇ ਜਵਾਬ ਨਹੀਂ ਦਿੱਤਾ, ਸਭ ਕੁਝ ਸਹਿੰਦੀ ਰਹੇ, ਕਦੇ ਮੇਰੀ ਕੋਈ ਸ਼ਿਕਾਇਤ ਰਾਹੁਲ ਨੂੰ ਨਹੀਂ ਕੀਤੀ। ਜੇ ਚਾਹੁੰਦੀ ਤਾਂ ਰਾਹੁਲ ਨੂੰ ਕਹਿ ਕੇ ਅਲੱਗ ਵੀ ਤਾਂ ਹੋ ਸਕਦੀ ਸੀ, ਪਰ ਇਸ ਨੇ ਅਜਿਹਾ ਕੁਝ ਨਹੀਂ ਕੀਤਾ। ਉੱਧਰ ਮੇਰੀ ਬੇਟੀ ਰੀਨਾ ਜੋ ਰਾਜੀਵ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਵੀ ਮੇਰੇ ਨਾਲ ਕੋਈ ਮਦਦ ਨਹੀਂ ਕਰਾਉਂਦੀ ਸੀ। ਇੱਕ ਵਾਰ ਜਦੋਂ ਮੈਂ ਬਿਮਾਰ ਹੋਈ ਸੀ, ਕਿਵੇਂ ਰੋ ਰੋ ਕੇ ਇੱਕ ਸਮੇਂ ਦਾ ਖਾਣਾ, ਇੱਕ ਵਕਤ ਦਾ ਖਾਣਾ ਬਣਾਇਆ ਸੀ। ਗਲਤੀ ਮੇਰੀ ਸੀ ਜੋ ਮੈਂ ਕਦੇ ਰੀਨਾ 'ਤੇ ਸਖਤੀ ਨਾਲ ਕੰਮ ਨਹੀਂ ਕਰਵਾਇਆ ਤੇ ਨਾ ਹੀ ਕੁਝ ਸਿਖਾਇਆ। ਜਦੋਂ ਖੁਦ ਰੂਹੀ ਤੋਂ ਕੁਝ ਕੰਮ ਸਿੱਖਣ ਲਈ ਕਹਿ ਰਹੀ ਸੀ ਤਾਂ ਮੈਂ ਉਸ ਨੂੰ ਮਨਾ ਕਰ ਦਿੱਤਾ ਕਿ ਉਹ ਥੋੜ੍ਹਾ ਬਹੁਤ ਕੰਮ ਚਲਾਊ ਖਾਣਾ ਬਣਾਉਣਾ ਜਾਣਦੀ ਆ, ਬਸ ਉਸ ਲਈ ਉਹੀ ਕਾਫੀ ਆ। ਪਤਾ ਨਹੀਂ ਉਸ ਦੀ ਸੱਸ ਨੇ ਉਸ ਦੇ ਨਾਲ 1 ਸਾਲ ਕਿਵੇਂ ਲੰਘਾਇਆ ਹੋਵੇਗਾ। ਮੀਨਾ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਕਿ ਮੈਂ ਰੀਨਾ ਨੂੰ ਆਪਣੇ ਸਹੁਰੇ ਘਰ ਐਡਜਸਟ ਹੋਣ ਦੀ ਬਜਾਏ, ਉਸ ਨੂੰ ਅਲੱਗ ਹੋਣ ਤੇ ਸਭ ਦਾ ਦਿਲ ਜਿੱਤਣ ਦੀ ਬਜਾਏ ਸਭ ਨੂੰ ਦੁਖੀ ਕਰਨ ਦੀ ਸਲਾਹ ਦਿੰਦੀ ਰਹੀ। ਅੱਜ ਰੂਹੀ ਦੇ ਇਸ ਬਿਹੇਵੀਅਰ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਹੁਣ ਮੈਂ ਆਪਣੀ ਬੇਟੀ ਨੂੰ ਕਦੇ ਕੋਈ ਗਲਤ ਸਲਾਹ ਨਹੀਂ ਦੇਵਾਂਗੀ। ਥੋੜ੍ਹੀ ਦੇਰ ਬਾਅਦ ਆਰਾਮ ਕਰਨ ਤੋਂ ਬਾਅਦ ਰੂਹੀ ਦੇ ਕਮਰੇ 'ਚ ਗਈ ਤੇ ਬੜੇ ਹੀ ਪਿਆਰ ਨਾਲ ਪੁੱਛਿਆ, ਬੇਟਾ
ਜੇ ਤੇਰਾ ਕੁਝ ਖਾਣ ਨੂੰ ਮਨ ਕਰ ਰਿਹਾ ਤਾਂ ਤੈਨੂੰ ਸ਼ਰਮਾਉਣ ਦੀ ਕੋਈ ਜ਼ਰੂਰਤ ਨਹੀਂ। ਮੈਂ ਅੱਜ ਹੀ ਤੇਰੇ ਲਈ ਮੇਵੇ ਵਾਲੇ ਲੱਡੂ ਬਣਾਉਣੀ ਆ। ਮੇਰੀ ਸੱਸ ਨੇ ਮੈਨੂੰ ਖਵਾਏ ਸੀ ਜਦੋਂ ਰਾਜੀਵ ਰਾਹੁਲ ਹੋਣ ਵਾਲਾ ਸੀ। ਰੂਹੀ ਇਹ ਸੁਣ ਕੇ ਹੈਰਾਨ ਹੋ ਗਈ ਕਿ ਮੇਰੀ ਸੱਸ ਕਿਵੇਂ ਬਦਲ ਗਈ। ਫਿਰ ਮੀਨਾ ਜੀ ਬੋਲੀ, ਬੇਟਾ ਮੈਨੂੰ ਮਾफ़ ਕਰ ਦੇ, ਮੈਂ ਰਿਸ਼ਤੇਦਾਰਾਂ ਤੇ ਗਵਾਂਢਣਾਂ ਦੇ ਕਹਿਣ ਤੇ ਤੇਰੇ ਨਾਲ ਬਹੁਤ ਗਲਤ ਸਲੂਕ ਕਰਦੀ ਰਹੀ। ਰੀਨਾ ਵੀ ਮੇਰੇ ਕਹਿਣ ਤੇ ਤੇਰੇ ਨਾਲ ਬਦਤਮੀਜ਼ੀ ਕਰਦੀ ਸੀ। ਮੈਂ ਨਹੀਂ ਸੋਚਿਆ ਸੀ ਕਿ ਕੱਲ੍ਹ ਨੂੰ ਜਦੋਂ ਉਹ ਬੇਗਾਨੇ ਘਰ ਜਾਵੇਗੀ ਤਾਂ ਉਸ ਨੂੰ ਵੀ ਮੇਰੇ ਵਰਗੀ ਸੱਸ ਮਿਲ ਸਕਦੀ ਆ। ਉਸ ਦਾ ਬਸਿਆ ਬਸਾਇਆ ਘਰ ਉਸ ਦੀ ਖੁਦ ਦੀ ਗਲਤੀ ਨਾਲ ਟੁੱਟ ਸਕਦਾ। ਹੁਣ ਮੈਨੂੰ ਬਹੁਤ ਪਛਤਾਵਾ ਹੋ ਰਿਹਾ ਕਿ ਮੈਂ ਕਿਉਂ ਰੀਨਾ ਦੇ ਸਹੁਰੇ ਘਰ ਦੀਆਂ ਛੋਟੀਆਂ-ਛੋਟੀਆਂ ਗੱਲਾਂ 'ਚ ਦਖਲਅੰਦਾਜ਼ੀ ਕਰਦੀ ਰਹੀ। ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਬਲਕਿ ਰੀਨਾ ਨੂੰ ਮੈਨੂੰ ਸਮਝਾਉਣਾ ਚਾਹੀਦਾ ਸੀ, ਪਰ ਮੈਂ ਅਜਿਹਾ ਨਹੀਂ ਕੀਤਾ। ਰੂਹੀ ਸਮਝ ਗਈ ਸੀ ਕਿ ਉਸ ਦੀ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਉਹ ਹੁਣ ਬਦਲ ਗਈ ਆ ਤੇ ਮੈਨੂੰ ਹੁਣ ਆਪਣੀ ਯੋਜਨਾ ਬਾਰੇ ਉਸ ਨੂੰ ਦੱਸ ਦੇਣਾ ਚਾਹੀਦਾ। ਪਰ ਫਿਰ ਰੂਹੀ ਨੇ ਸੋਚਿਆ ਕਿ ਪਹਿਲਾਂ ਆਂਟੀ ਤੋਂ ਸਲਾਹ ਲਵਾਂਗੀ। ਰੂਹੀ ਬੋਲੀ, ਮੰਮੀ ਜੀ ਮੈਂ ਪਕੌੜੇ ਤੇ ਚਾਹ ਪੀਣੀ ਆ। ਰੀਨਾ ਬੋਲੀ, ਦੇਖ ਤਾਂ ਸਹੀ, ਮੈਂ ਤੈਨੂੰ ਪੁੱਛਣ ਆਈ ਸੀ, ਗੱਲਾਂ ਵਿੱਚ ਹੀ ਲੱਗ ਗਈ। ਚੱਲ ਠੀਕ ਆ, ਮੈਂ ਹੁਣੇ ਬਣਾ ਕੇ ਲਿਆਉਣੀ ਆ। ਇਹ ਕਹਿ ਕੇ ਮੀਨਾ ਜੀ ਕਿਚਨ ਵਿੱਚ ਚਲੀ ਗਈ। ਉੱਧਰ ਰੂਹੀ ਨੇ ਫੌਰਨ ਬਿਮਲਾ ਜੀ ਨੂੰ ਫੋਨ ਕੀਤਾ ਤੇ ਉਸ ਨੂੰ ਸਾਰੀਆਂ ਗੱਲਾਂ ਦੱਸੀਆਂ। ਬਿਮਲਾ ਜੀ ਬੋਲੀ, ਰੂਹੀ ਪਹਿਲੀ ਗੱਲ ਤਾਂ ਇਹ ਕਿ ਤੂੰ ਮਾਂ ਬਣਨ ਵਾਲੀ ਨਹੀਂ। ਮੈਂ ਡਾਕਟਰ ਨੂੰ ਕਿਹਾ ਸੀ ਜਦੋਂ ਰੂਹੀ ਆਵੇ ਤਾਂ ਤੂੰ ਇਹੀ ਗੱਲ ਕਹਿ ਦੇਵੀਂ। ਰੂਹੀ ਪਰੇਸ਼ਾਨ ਹੋ ਕੇ ਬੋਲੀ, ਆਂਟੀ ਜੀ ਮੈਂ ਜਦੋਂ ਆਪਣੀ ਪ੍ਰੈਗਨੈਂਸੀ ਦਾ ਟੈਸਟ ਕਰਵਾਇਆ ਸੀ, ਜਦੋਂ ਮੈਂ ਤੁਹਾਡੇ ਘਰ ਪਾਰਟੀ 'ਤੇ ਆਈ ਸੀ, ਉਸ ਤੋਂ 2 ਦਿਨ ਪਹਿਲਾਂ ਮੇਰਾ ਟੈਸਟ ਪੋਜ਼ਿਟਿਵ ਸੀ। ਮੈਂ ਰਾਹੁਲ ਨੂੰ ਇਹ ਖੁਸ਼ਖਬਰੀ ਸੁਣਾਉਣਾ ਚਾਹੁੰਦੀ ਸੀ, ਪਰ ਅਸੀਂ ਪਾਰਟੀ 'ਚ ਬਿਜ਼ੀ ਹੋ ਗਏ। ਫਿਰ ਤੁਸੀਂ ਮੈਨੂੰ ਆਪਣੀ ਯੋਜਨਾ ਬਾਰੇ ਦੱਸਿਆ। ਇਸ ਸਭ ਦੇ ਕਾਰਨ ਮੈਂ ਰਾਹੁਲ ਨੂੰ ਦੱਸਣਾ ਹੀ ਭੁੱਲ ਗਈ। ਇਹ ਸੁਣ ਕੇ ਰੀਨਾ ਦੀ ਸੱਸ ਬੋਲੀ ਕਿ ਤੂੰ ਇੱਕ ਵਾਰ ਫਿਰ ਟੈਸਟ ਕਰਵਾ। ਰੂਹੀ ਬੋਲੀ, ਜਦੋਂ ਮੈਂ ਡਾਕਟਰ ਕੋਲ ਗਈ ਸੀ ਤਾਂ ਘਰ ਆ ਕੇ ਮੈਂ ਖੁਦ ਵੀ ਟੈਸਟ ਕੀਤਾ, ਮੇਰਾ ਟੈਸਟ ਪੋਜ਼ਿਟਿਵ ਆਇਆ। ਬਿਮਲਾ ਜੀ ਖੁਸ਼ ਹੋ ਗਈ ਤੇ ਬੋਲੀ, ਇਹ ਤਾਂ ਬਹੁਤ ਵੱਡੀ ਖੁਸ਼ਖਬਰੀ ਆ। ਹੁਣ ਤੇਰੀ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਹੁਣ ਆਪਾਂ ਨੂੰ ਆਪਣੀ ਯੋਜਨਾ ਬਾਰੇ ਉਹਨਾਂ ਨੂੰ ਦੱਸ ਦੇਣਾ ਚਾਹੀਦਾ। ਰੂਹੀ ਬੋਲੀ, ਹਾਂਜੀ ਆਂਟੀ, ਮੰਮੀ ਆਪਣੀ ਗਲਤੀ ਸਮਝ ਗਏ ਆ ਤੇ ਉਹ ਪੂਰੀ ਤਰ੍ਹਾਂ ਬਦਲ ਗਏ ਆ, ਪਰ ਅਜੇ ਦੀਦੀ ਦਾ ਬਦਲਣਾ ਜ਼ਰੂਰੀ ਆ। ਰੀਨਾ ਦੀ ਸੱਸ ਬੋਲੀ, ਮੈਂ ਤਾਂ ਇਹ ਭੁੱਲ ਹੀ ਗਈ ਸੀ ਕਿ ਰੀਨਾ ਸਹੀ ਰਸਤੇ 'ਤੇ ਲਿਆਉਣਾ। ਅੱਛਾ ਠੀਕ ਆ, ਤੂੰ ਆਪਣਾ ਖਿਆਲ ਰੱਖ। ਇੱਕ ਵਾਰ ਫਿਰ ਡਾਕਟਰ ਦੇ ਕੋਲ ਚਲੀ ਜਾਈਂ, ਮੈਂ ਉਸ ਨਾਲ ਫੋਨ 'ਤੇ ਸਾਰੀ ਗੱਲ ਕਰ ਲਵਾਂਗੀ। ਉਹ ਤੇਰਾ ਚੰਗੀ ਤਰ੍ਹਾਂ ਚੈੱਕਅਪ ਕਰੇਗੀ। ਰੂਹੀ ਬੋਲੀ, ਆਂਟੀ ਤੁਸੀਂ ਮੇਰੇ ਨਾਲ ਫੋਨ 'ਤੇ ਗੱਲ ਜ਼ਰੂਰ ਕਰਿਓ। ਇਹ ਕਹਿ ਕੇ ਰੂਹੀ ਨੇ ਫੋਨ ਕੱਟ ਦਿੱਤਾ। ਉਸਨੇ ਸੋਚਿਆ ਕਿ ਜਿਸ ਦਿਨ ਰੀਨਾ ਦੀਦੀ ਦਾ ਬਿਹੇਵੀਅਰ ਠੀਕ ਹੋ ਜਾਵੇਗਾ, ਉਸ ਦਿਨ ਮੇਰੇ ਲਈ ਸਭ ਤੋਂ ਵੱਡਾ ਦਿਨ ਹੋਵੇਗਾ। ਮੈਂ ਇਸ ਯੋਜਨਾ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਾਂਗੀ। ਜਦੋਂ ਤੱਕ ਮੀਨਾ ਜੀ ਪਕੌੜੇ ਤੇ ਚਾਹ ਲੈ ਕੇ ਆਈ ਤੇ ਨਾਲ ਹੀ ਖੱਟੀ ਮਿੱਠੀ ਚਟਨੀ ਵੀ ਸੀ। ਰੂਹੀ ਤੇ ਮੀਨਾ ਜੀ ਪਹਿਲੀ ਵਾਰ ਇਕੱਠੀਆਂ ਬੈਠ ਕੇ ਚਾਹ ਤੇ ਪਕੌੜੇ ਖਾ ਰਹੀਆਂ ਸੀ। ਉੱਧਰ ਰੀਨਾ ਨੂੰ ਘਰ 'ਚ ਕੰਮ ਕਰਦੇ ਹੋਏ ਪੂਰਾ ਹਫ਼ਤਾ ਹੋ ਗਿਆ। ਇਸ ਵਿੱਚ ਉਸਨੇ ਮੀਨਾ ਜੀ ਨੂੰ ਜਦੋਂ ਫੋਨ ਕੀਤਾ ਤਾਂ ਦੋਹਾਂ ਨੇ ਇੱਕ ਦੂਜੇ ਦਾ ਹਾਲ ਚਾਲ ਪੁੱਛ ਕੇ ਫੋਨ ਰੱਖ ਦਿੱਤਾ। ਰੀਨਾ ਨੂੰ ਸਾਰਾ ਸਮਾਂ ਵਿਹਲੀ ਬੈਠਣਾ ਚੰਗਾ ਨਹੀਂ ਲੱਗਦਾ ਸੀ। ਉਸਨੇ ਹੁਣ ਪਲੈਨਿੰਗ ਬਣਾ ਕੇ ਕੰਮ ਕਰਨਾ ਸਿੱਖ ਲਿਆ। ਆਪਣੀ ਪਲੈਨਿੰਗ ਦੀ ਵਜ੍ਹਾ ਕਰਕੇ ਉਹ ਸਾਰਾ ਕੰਮ ਬੜੀ ਆਸਾਨੀ ਨਾਲ ਕਰ ਲੈਂਦੀ ਤੇ ਹੁਣ ਉਸ ਕੋਲ ਆਰਾਮ ਕਰਨ ਦੇ ਲਈ ਕਾਫੀ ਸਮਾਂ ਬਚ ਜਾਂਦਾ ਸੀ। ਪਰ ਉਸ ਨੂੰ ਹੁਣ ਜ਼ਿਆਦਾ ਆਰਾਮ ਵੀ ਚੰਗਾ ਨਹੀਂ ਲੱਗਦਾ ਸੀ। ਉਹ ਬਿਮਲਾ ਜੀ ਦੇ ਕੋਲ ਜਾ ਕੇ ਬੈਠ ਜਾਂਦੀ, ਉਸ ਦੀ ਤਬੀਅਤ ਬਾਰੇ ਪੁੱਛਦੀ, ਉਸ ਦੇ ਨਾਲ ਹੀ ਬੈਠ ਕੇ ਟੀਵੀ ਦੇਖਦੀ। ਇਹ ਦੇਖ ਕੇ ਬਿਮਲਾ ਜੀ ਨੂੰ ਲੱਗਣ ਲੱਗਿਆ ਕਿ ਰੀਨਾ ਵੀ ਸਹੀ ਰਸਤੇ 'ਤੇ ਆ ਗਈ ਆ। ਰੀਨਾ ਬੋਲੀ, ਮੰਮੀ ਜੀ ਮੈਨੂੰ ਮਾफ़ ਕਰ ਦਿਓ। ਬਿਮਲਾ ਜੀ ਬੋਲੀ, ਕਿਸ ਲਈ? ਰੀਨਾ ਬੋਲੀ, ਮੈਂ ਤੁਹਾਨੂੰ ਬਹੁਤ ਪਰੇਸ਼ਾਨ ਕੀਤਾ, ਤੁਹਾਡਾ ਦਿਲ ਦਿਖਾਇਆ। ਕਦੇ ਵੀ ਮੈਂ ਇਸ ਘਰ ਨੂੰ ਆਪਣਾ ਨਹੀਂ ਸਮਝਿਆ। ਹਮੇਸ਼ਾ ਆਪਣੀ ਮੰਮੀ ਦੇ ਕਹੇ ਅਨੁਸਾਰ ਗਲਤ ਵਿਵਹਾਰ ਕਰਦੀ ਰਹੀ। ਲੇਕਿਨ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਮੇਰੀ ਸ਼ਿਕਾਇਤ ਰਾਜੀਵ ਜਾਂ ਪਾਪਾ ਜੀ ਨੂੰ ਨਹੀਂ ਕੀਤੀ, ਨਾ ਹੀ ਮੇਰੇ ਪੇਕਿਆਂ ਨੂੰ ਕੋਈ ਸ਼ਿਕਾਇਤ ਕੀਤੀ। ਜਦੋਂ ਉਹ ਪਾਰਟੀ 'ਚ ਆਏ ਸੀ, ਤੁਸੀਂ ਉਹਨਾਂ ਦੀ ਖਾਤਰਦਾਰੀ ਬਹੁਤ ਵਧੀਆ ਕੀਤੀ, ਜਦ ਕਿ ਮੈਨੂੰ ਉਹਨਾਂ ਦੀ ਖਾਤਰਦਾਰੀ ਕਰਨੀ ਚਾਹੀਦੀ ਸੀ। ਪਰ ਮੈਂ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ, ਕਿਉਂਕਿ ਮੰਮੀ ਨੇ ਮੈਨੂੰ ਕਿਹਾ ਸੀ ਕਿ ਰੀਨਾ ਆਪਣੀ ਸੱਸ ਦੇ ਸਾਹਮਣੇ ਬੈਠ ਕੇ ਪਹਿਲੀ ਵਾਰ ਆਪਣੇ ਦਿਲ ਦੀ ਗੱਲ ਕਰ ਰਹੀ ਸੀ, ਨਾਲ ਹੀ ਆਪਣੀਆਂ ਗਲਤੀਆਂ ਲਈ ਮਾफ़ੀ ਮੰਗ ਰਹੀ ਸੀ। ਬਿਮਲਾ ਜੀ ਨੂੰ ਇਹੀ ਲੱਗਦਾ ਸੀ ਕਿ ਉਹ ਸੁਧਰ ਜਾਵੇ ਤੇ ਇਸ ਘਰ ਨੂੰ ਅਪਣਾ ਲਵੇ, ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਸੰਭਾਲੇ। ਪਰ ਹੁਣ ਦੋਨਾਂ ਦੇ ਵਿੱਚ ਮਾਂ ਬੇਟੀ ਅਤੇ ਦੋਸਤੀ ਦਾ ਰਿਸ਼ਤਾ ਬਣਨਾ ਬਾਕੀ ਸੀ। ਇਸ ਲਈ ਬਿਮਲਾ ਜੀ ਨੇ ਰੀਨਾ ਨੂੰ ਸਮਝਾਇਆ ਕਿ ਬੇਟੀ,
ਮੈਂ ਤਾਂ ਤੈਨੂੰ ਜਦੋਂ ਪਹਿਲੀ ਵਾਰ ਦੇਖਿਆ ਸੀ ਤਾਂ ਆਪਣੇ ਬੇਟੇ ਦੇ ਲਈ ਪਸੰਦ ਕਰ ਲਿਆ ਸੀ। ਮੈਂ ਉਸੇ ਦਿਨ ਤੋਂ ਤੈਨੂੰ ਆਪਣੀ ਬੇਟੀ ਮੰਨ ਲਿਆ ਸੀ ਤੇ ਇੱਕ ਮਾਂ ਆਪਣੀ ਬੇਟੀ ਤੋਂ ਕਦੇ ਤੱਕ ਨਾਰਾਜ਼ ਰਹੇਗੀ। ਗਲਤੀ ਹੋਣ 'ਤੇ ਉਸ ਨੂੰ ਸਮਝਾਉਣਾ ਇੱਕ ਮਾਂ ਦਾ ਫਰਜ਼ ਆ। ਮੈਂ ਤਾਂ ਬਹੁਤ ਖੁਸ਼ ਹਾਂ, ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਪਰ ਤੂੰ ਮੇਰੇ ਨਾਲ ਇੱਕ ਵਾਅਦਾ ਕਰ। ਰੀਨਾ ਬੋਲੀ, ਕਿਹੜਾ ਵਾਅਦਾ? ਬਿਮਲਾ ਜੀ ਬੋਲੀ, ਜੇ ਇਸ ਘਰ ਵਿੱਚ ਕੋਈ ਪਰੇਸ਼ਾਨੀ ਹੋਈ ਤਾਂ ਸਭ ਤੋਂ ਪਹਿਲਾਂ ਮੈਨੂੰ ਦੱਸੇਂਗੀ। ਇਸ ਘਰ ਦੀ ਕੋਈ ਵੀ ਗੱਲ ਘਰ ਵਿੱਚ ਹੀ ਰਹੇਗੀ, ਤੂੰ ਬਾਹਰ ਕਿਸੇ ਨਾਲ ਕੋਈ ਗੱਲ ਨਹੀਂ ਕਰੇਂਗੀ। ਰੀਨਾ ਬੋਲੀ, ਮੰਮੀ ਜੀ ਤੁਸੀਂ ਮੈਨੂੰ ਮਾफ़ ਕਰ ਦਿਓ। ਬਿਮਲਾ ਜੀ ਬੋਲੀ, ਜਦੋਂ ਤੂੰ ਕੋਈ ਗਲਤੀ ਨਹੀਂ ਕੀਤੀ ਤਾਂ ਫਿਰ ਮਾफ़ੀ ਕਿਸ ਗੱਲ ਦੀ? ਹਾਂ, ਵਿਆਹ ਤੋਂ ਬਾਅਦ ਕੁੜੀਆਂ ਨੂੰ ਸਹੁਰੇ ਘਰ ਐਡਜਸਟ ਕਰਨ 'ਚ ਥੋੜ੍ਹੀ ਪਰੇਸ਼ਾਨੀ ਹੁੰਦੀ ਆ, ਪਰ ਜੋ ਕੁੜੀ ਸਮਝਦਾਰ ਹੁੰਦੀ ਆ ਉਹ ਆਪਣੇ ਸਹੁਰੇ ਪਰਿਵਾਰ ਨਾਲ ਮਿਲ ਕੇ ਆਪਣੀ ਸਮੱਸਿਆ ਦਾ ਹੱਲ ਕੱਢ ਲੈਂਦੀ ਆ। ਪਰ ਜੇ ਕੁੜੀ ਨਾਦਾਨ ਹੋਵੇ ਤਾਂ ਉਹ ਆਪਣੇ ਸਹੁਰੇ ਘਰ ਦੀ ਹਰ ਗੱਲ ਆਪਣੀ ਮਾਂ ਨਾਲ ਸ਼ੇਅਰ ਕਰਦੀ ਆ। ਜੇ ਕੋਈ ਮਾਂ ਸਮਝਦਾਰ ਹੋਵੇ ਤਾਂ ਉਸ ਨੂੰ ਸਹੀ ਸਲਾਹ ਦਿੰਦੀ ਆ ਕਿ ਬੇਟੀ ਉਹ ਤੇਰਾ ਘਰ ਆ, ਤੂੰ ਆਪਣੀ ਹਰ ਸਮੱਸਿਆ ਆਪਣੇ ਘਰ ਵਿੱਚ ਹੀ ਹੱਲ ਕਰਨੀ ਆ। ਪਰ ਜੇ ਕੁੜੀ ਦੀ ਮਾਂ ਗਲਤ ਸਲਾਹ ਦੇਵੇ ਤੇ ਕੁੜੀ ਉਸ ਦੀ ਸਲਾਹ 'ਤੇ ਅਮਲ ਕਰੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਸਿਆ ਬਸਾਇਆ ਘਰ ਟੁੱਟ ਜਾਂਦਾ। ਇਸ ਲਈ ਕਦੇ ਵੀ ਪੇਕਿਆਂ ਨੂੰ ਆਪਣੀ ਧੀ ਦੇ ਘਰ 'ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਰੀਨਾ ਸਾਰੀ ਗੱਲ ਸਮਝ ਗਈ ਸੀ। ਗੱਲਾਂ ਗੱਲਾਂ ਵਿੱਚ ਕਦੋਂ ਸ਼ਾਮ ਹੋ ਗਈ ਪਤਾ ਹੀ ਨਹੀਂ ਲੱਗਿਆ। ਰੀਨਾ ਉੱਠੀ ਤੇ ਬੋਲੀ, ਮੰਮੀ ਤੁਸੀਂ ਚਾਹ ਦੇ ਨਾਲ ਕੁਝ ਚਟਪਟਾ ਖਾਣਾ ਚਾਹੋਗੇ? ਬਿਮਲਾ ਜੀ ਬੋਲੀ, ਹਾਂ, ਪਰ ਤੂੰ ਕੀ ਬਣਾਏਗੀ? ਰੀਨਾ ਬੋਲੀ, ਗੋਭੀ ਦੇ ਪਕੌੜੇ। ਬਿਮਲਾ ਜੀ ਬੋਲੀ, ਠੀਕ ਆ, ਰਾਜੀਵ ਤੇ ਤੇਰੇ ਪਾਪਾ ਵੀ ਆਫਿਸ ਤੋਂ ਆਉਂਦੇ ਹੋਣਗੇ, ਸਭ ਦੇ ਲਈ ਚਾਹ ਤੇ ਪਕੌੜੇ ਬਣਾ। ਰੀਨਾ ਕਿਚਨ 'ਚ ਚਲੀ ਗਈ। ਬਿਮਲਾ ਜੀ ਸੋਚਣ ਲੱਗੀ ਕਿ ਰੀਨਾ ਇੰਨੀ ਬੁਰੀ ਨਹੀਂ, ਬਸ ਉਸ ਵਿੱਚ ਥੋੜ੍ਹਾ ਬਚਪਨਾ ਸੀ। ਜਲਦੀ ਹੀ ਸਭ ਦੀਆਂ ਗੱਲਾਂ 'ਚ ਆ ਜਾਂਦੀ ਆ ਤੇ ਆਪਣਾ ਫੈਸਲਾ ਖੁਦ ਨਹੀਂ ਲੈਂਦੀ। ਬਸ ਉਸ ਦੀ ਇਸ ਕਮੀ ਨੂੰ ਦੂਰ ਕਰਨਾ ਪਵੇਗਾ। ਹੁਣ ਦੋਨੋਂ ਹੀ ਪਰਿਵਾਰ ਬਹੁਤ ਹੀ ਖੁਸ਼ ਸਨ। ਇਹ ਸਾਰੀਆਂ ਖੁਸ਼ੀਆਂ ਰੂਹੀ ਤੇ ਬਿਮਲਾ ਜੀ ਦੀ ਵਜ੍ਹਾ ਕਰਕੇ ਹੀ ਮਿਲ ਰਹੀਆਂ ਸੀ। ਉਹਨਾਂ ਨੇ ਮੀਨਾ ਜੀ ਨੂੰ ਤੇ ਰੀਨਾ ਨੂੰ ਗਲਤੀ ਦਾ ਅਹਿਸਾਸ ਕਰਵਾਇਆ। ਹੁਣ ਦੋਹਾਂ ਪਰਿਵਾਰਾਂ 'ਚ ਕੋਈ ਵੀ ਗਲਤਫਹਿਮੀ ਦੀ ਦੀਵਾਰ ਨਹੀਂ ਸੀ। ਦੋਨਾਂ ਘਰਾਂ 'ਚ ਖੁਸ਼ੀਆਂ ਨੇ ਆਪਣੀ ਆਪਣੀ ਜਗ੍ਹਾ ਬਣਾ ਲਈ ਸੀ। ਸੋ ਦੋਸਤੋ, ਇਹ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਜੇ ਅਜਿਹੀਆਂ ਕਹਾਣੀਆਂ ਹੋਰ ਸੁਣਨੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।